ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਅਰਥ ਸ਼ਾਸਤਰੀ ਸਰਦਾਰ ਲਖਵਿੰਦਰ ਸਿੰਘ ਗਿੱਲ ਮੌਜੂਦ ਨੇ। ਗੱਲਬਾਤ ਅਸੀਂ ਕਰਾਂਗੇ ਪੰਜਾਬ ਦੇ ਖਜ਼ਾਨੇ ਦੇ ਉੱਤੇ। ਵਾਰ-ਵਾਰ ਅਲਾਰਮਿੰਗ ਸਿਚੁਏਸ਼ਨ, ਕਈ ਪ੍ਰੋਗਰਾਮ ਇਹਦੇ ਉੱਤੇ ਪਹਿਲਾਂ ਵੀ ਕਰ ਚੁੱਕੇ ਆ, ਪਰ ਜਦੋਂ ਅੰਕੜਿਆਂ ਦੀ ਗੱਲ ਆਉਂਦੀ ਹੈ, ਜਦੋਂ ਕੇਂਦਰ ਦੀ ਗੱਲ ਆਉਂਦੀ ਹੈ ਕਿ ਆਖਿਰਕਾਰ ਜਦੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਉੱਥੇ ਜਾ ਕੇ 25,000 ਕਰੋੜ ਜਾਂ ਹੋਰ ਜਿੰਨਾ ਪੰਜਾਬ ਦੇ ਲਈ ਮੰਗ ਕਰਦੇ ਨੇ ਕਿ ਪੰਜਾਬ ਨੂੰ ਜੇ ਵਿੱਤੀ ਸੰਕਟ ਵਿੱਚੋਂ ਕੱਢਣਾ ਹੈ ਤਾਂ ਕੇਂਦਰ ਨੂੰ ਬਾਹ ਫੜਨੀ ਪੈਣੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਵਾਰ ਜਾ ਕੇ ਅਮਿਤ ਸ਼ਾਹ ਹੋਰਾਂ ਨੂੰ ਮਿਲ ਕੇ ਆਏ ਨੇ। ਉੱਥੇ ਜਾ ਕੇ ਪੰਜਾਬ ਦੇ RDF ਫੰਡ ਜਿਹੜਾ ਆ, ਰੂਰਲ ਡਿਵੈਲਪਮੈਂਟ ਫੰਡ, ਉਹਦੀ ਗੱਲ ਕੀਤੀ ਜਾਂਦੀ ਆ। ਪੰਜਾਬ ਕਿੰਨਾ ਕੁ ਕਰਜ਼ੇ ਥੱਲੇ ਦੱਬਿਆ, ਮੌਜੂਦਾ ਸਮੇਂ 'ਚ ਪੰਜਾਬ ਦੀ ਸਥਿਤੀ ਕੀ ਹੈ, ਇਹਦੇ ਨਾਲ ਜੁੜੇ ਤਮਾਮ ਸਵਾਲਾਂ ਉੱਤੇ ਅਸੀਂ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਸ਼ੁਕਰੀਆ ਔਰ ਦਰਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਜਿਹੜੀ ਚਿੱਠੀ ਪਿਛਲੇ ਦਿਨਾਂ ਦੇ ਵਿੱਚ ਤੁਹਾਡੀ ਜਿਹੜੇ ਅਰਥ ਸ਼ਾਸਤਰੀ ਨੇ ਉਹਨਾਂ ਵੱਲੋਂ, ਤੁਹਾਡੇ ਵੱਲੋਂ ਵੀ ਜਿਹੜੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖੀ ਗਈ ਹੈ, ਉਹਦੇ ਵਿੱਚ ਕਾਫੀ ਜ਼ਿਕਰ ਕੀਤਾ ਗਿਆ। ਮੈਂ ਚਾਹਾਂਗਾ ਕਿ ਤੁਸੀਂ ਪਹਿਲਾਂ ਉਸ ਚਿੱਠੀ ਤੋਂ ਸ਼ੁਰੂ ਕਰੋ, ਉਸ ਤੋਂ ਬਾਅਦ ਮੈਂ ਅਗਲੇ ਸਵਾਲ ਜਿਹੜੇ ਨਾਲੋਂ ਨਾਲ ਅਸੀਂ ਚਰਚਾ ਕਰਾਂਗੇ ਕਿ ਉਹ ਚਿੱਠੀ ਦੇ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਕਿਹੜੇ-ਕਿਹੜੇ ਅੰਕੜੇ ਉੱਥੇ ਪੇਸ਼ ਕੀਤੇ ਗਏ ਨੇ, ਕਿਹੜੇ ਸਮੱਸਿਆਵਾਂ ਦੇ ਨਾਲ ਹੱਲ ਦੱਸੇ ਗਏ ਨੇ ਕਿ ਕਿੱਥੇ-ਕਿੱਥੇ ਪੰਜਾਬ ਜਿਹੜਾ ਆ ਉਹ ਸਰਵਾਈਵ ਕਰ ਸਕਦਾ ਹੈ ਜੇਕਰ ਕੇਂਦਰ ਬਾਹ ਫੜੇ। ਮੈਂ ਸਰਦਾਰ ਸੁਖਵਿੰਦਰ ਸਿੰਘ ਜੀ ਪਿਛਲੇ ਕੋਈ 38 ਸਾਲਾਂ ਤੋਂ ਪੰਜਾਬ ਦੀ ਆਰਥਿਕਤਾ ਉੱਤੇ ਕੰਮ ਕਰਦਾ ਆ ਰਿਹਾ ਹਾਂ, ਰਿਸਰਚ ਖੋਜ ਦਾ ਕੰਮ ਕਰਦਾ ਆ ਰਿਹਾ ਹਾਂ ਔਰ ਮੇਰੇ ਨਾਲ ਬਹੁਤ ਸਾਰੇ ਜਿਹੜੇ ਸਹਿਯੋਗੀ ਉੱਘੇ ਅਰਥ ਸ਼ਾਸਤਰੀ ਨੇ ਉਹ ਵੀ ਲਗਾਤਾਰ ਸਾਡੇ ਨਾਲ ਇਕੱਠੇ ਹੋ ਕੇ ਜਾਂ ਆਪਣੇ ਆਪਣੇ ਤੌਰ 'ਤੇ ਪੰਜਾਬ ਦੀ ਹਾਲਤ ਨੂੰ, ਆਰਥਿਕ ਵਿਕਾਸ ਨੂੰ ਸਮਝਣਾ ਔਰ ਇਹਦੇ ਵਿੱਚ ਆ ਰਹੀਆਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਕਿੱਦਾਂ ਦੂਰ ਕੀਤਾ ਜਾਣਾ, ਉਹਦੇ ਉੱਤੇ ਕੰਮ ਕਰਦੇ ਆ ਰਹੇ ਨੇ ਲਗਾਤਾਰ। ਔਰ ਅਸੀਂ 2012 ਵਿੱਚ ਵੀ ਸਾਨੂੰ ਇਹ ਲੱਗਿਆ ਸੀ ਕਿ ਜਿਹੜੀ ਪੰਜਾਬ ਦੀ ਆਰਥਿਕ ਵਿਕਾਸ ਦੀ ਗਤੀ ਹੈ ਉਹ ਧੀਮੀ ਹੁੰਦੀ ਜਾ ਰਹੀ ਹੈ ਅਤੇ ਇਹਦੇ ਵਿੱਚ ਸਾਨੂੰ ਬਹੁਤ ਜਿਹੜੇ ਇਕੋਨੋਮਿਸਟ ਨੇ ਉਹਨਾਂ ਨੂੰ ਰੋਲ ਪਲੇ ਕਰਨਾ ਚਾਹੀਦਾ, ਕਿਉਂਕਿ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਆਉਂਦੇ ਨੇ 5 ਸਾਲ ਸਰਕਾਰ ਬਣਾ ਲੈਂਦੇ ਨੇ, ਬਹੁਤ ਸਾਰੇ ਸਾਡੇ ਨਾਲ ਪ੍ਰੋਮਿਸਿਸ ਕਰਦੇ ਨੇ, ਪਰ ਜਦੋਂ ਅੰਤ ਵਿੱਚ ਉਹ ਕਹਿੰਦੇ ਆ ਕਿ ਸਾਡਾ ਇਕੋਨਮੀ ਜਿਹੜਾ ਹੈ ਉਹਦੇ ਨਾਲ ਉਹ ਅੱਗੇ ਨਹੀਂ ਤੁਰੀ ਸਾਡੇ ਕੋਲ, ਅਤੇ ਉਹ ਸਰਕਾਰ ਤਾਂ ਭਾਵੇਂ ਬਦਲ ਵੀ ਦਿੰਦੇ ਨੇ ਲੋਕ, ਪਰ ਇਹਦੇ ਬਾਵਜੂਦ ਜਿਹੜੇ ਪੋਲੀਟੀਸ਼ੀਅਨ ਨੇ ਉਹ ਫਿਰ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰਕੇ ਪ੍ਰੋਮਿਸ ਕਰਕੇ ਆ ਜਾਂਦੇ ਨੇ ਅੱਗੇ, ਪਰ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦੀ ਜੇ ਕਹੀਏ ਕਿ ਹੋਪਲੈਸਨੈਸ ਹੋ ਗਈ ਹੈ। ਅਤੇ ਪਿਛਲੇ ਸਮੇਂ 'ਚ ਅਸੀਂ ਕਾਫੀ, ਜਦੋਂ ਨਵੀਂ ਸਰਕਾਰ ਆਈ ਹੈ, ਅਸੀਂ ਕਾਫੀ ਦੇਰ ਉਡੀਕਦੇ ਰਹੇ ਹਾਂ ਕਿ ਸਰਕਾਰ ਜਿਹੜੇ ਨੇ ਉਹ ਆਪਣਾ ਜਿਹੜਾ ਗਵਰਨੈਂਸ ਦਾ ਸਟਰਕਚਰ ਹੈ ਉਹਨੂੰ ਬਦਲਣਗੇ, ਇੱਥੇ ਪਾਲਿਸੀ ਮੇਕਿੰਗ ਚੰਗੀ ਤਰੀਕੇ ਨਾਲ ਹੋ ਸਕੇਗੀ ਔਰ ਇੰਸਟੀਟਿਊਸ਼ਨ ਜਿਹੜੀਆਂ ਪਾਲਿਸੀ ਮੇਕਿੰਗ ਕਰਦੀਆਂ ਨੇ ਉਹ ਵਧੀਆ ਤਰੀਕੇ ਨਾਲ ਕੰਮ ਕਰਨਗੀਆਂ, ਬਾਹਰੋਂ ਸਾਨੂੰ ਕਿਸੇ ਨੂੰ ਇੰਟਰਵੈਂਸ਼ਨ ਦੀ ਬਹੁਤੀ ਲੋੜ ਨਹੀਂ ਪੈਣੀ। ਪਰ ਜਿਉਂ-ਜਿਉਂ ਅਸੀਂ ਦੇਖ ਰਹੇ ਹਾਂ ਕਿ ਜੋ ਪੰਜਾਬ ਦੀ ਆਰਥਿਕ ਸਥਿਤੀ ਚੱਲ ਰਹੀ ਹੈ, ਸਾਡੇ ਖਾਸ ਤੌਰ 'ਤੇ ਮੈਂ ਦੇਖਦਾ ਕਿ ਸਾਡੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਨੌਜਵਾਨ ਔਰਤਾਂ ਨੇ ਉਹ ਲਗਾਤਾਰ ਜਿਹੜੀਆਂ ਸਟਰਗਲ ਕਰਦੀਆਂ ਆ ਰਹੀਆਂ ਨੇ, ਉਹ ਡੈਮੋਸਟ੍ਰੇਸ਼ਨ ਕਰਦੀਆਂ ਨੇ, ਉਹ ਵਿਖਾਵੇ ਕਰਦੀਆਂ ਨੇ, ਅਤੇ ਮੈਨੂੰ ਨਾ ਇੱਕ ਬਹੁਤ ਟੁੰਬਵਾਂ ਉਹਨਾਂ ਦਾ ਨਾਅਰਾ ਜਿਹੜਾ ਲੱਗਿਆ, ਜਿਹਦੇ ਤੋਂ ਮੈਨੂੰ ਲੱਗਿਆ ਕਿ ਸਾਨੂੰ ਦੁਬਾਰਾ ਇੰਟਰਵੈਂਸ਼ਨ ਦੀ ਲੋੜ ਹੈ। ਉਹਨਾਂ ਨੂੰ ਪੁਲਿਸ ਨੇ ਲਾਠੀਚਾਰਜ ਕੀਤਾ। ਲਾਠੀਚਾਰਜ ਤੋਂ ਬਾਅਦ ਜਦੋਂ ਉਹਨਾਂ ਨੇ ਫਿਰ ਡੈਮੋਸਟ੍ਰੇਸ਼ਨ ਕੀਤਾ ਨਾ ਸੁਖਵਿੰਦਰ ਜੀ, ਅਤੇ ਉਹਨਾਂ ਨੇ ਬੜਾ ਇੰਟਰਸਟਿੰਗ ਇੱਕ ਨਾਅਰਾ ਲਾਇਆ। ਉਹਨਾਂ ਲਾਇਆ ਨਾਅਰਾ ਕਿ ਪੜ੍ਹੋ ਲਿਖੋ, ਲਾਠੀ ਖਾਓ, ਨਹੀਂ ਖਾਣੀ ਅਤੇ ਕੈਨੇਡਾ ਜਾਓ। ਅਤੇ ਮੈਨੂੰ ਲੱਗਦਾ ਕਿ ਉਹ ਇੱਕ ਸਾਡੀ ਗਰਾਊਂਡ ਰਿਐਲਿਟੀ, ਸਾਡੀਆਂ ਲੋਕਲ ਸਥਿਤੀਆਂ ਜਿਹੜੀਆਂ ਨੇ, ਆਰਥਿਕ ਸਥਿਤੀਆਂ ਨੇ ਜਾਂ ਸਾਡੀਆਂ ਸੋਸ਼ਲ ਅਤੇ ਪੋਲੀਟੀਕਲ ਸਥਿਤੀਆਂ ਨੇ, ਉਹਨਾਂ ਨੂੰ ਬੇਖੂਬੀ ਬਿਆਨ ਕਰਦੀ ਹੈ। ਅਤੇ ਉਹਦੇ 'ਚ ਮੈਨੂੰ ਲੱਗਿਆ ਕਿ ਇਹ ਸਾਡੀ ਹੁਣ ਤਰਾਸਦੀ ਹੈ ਕਿ ਅਸੀਂ ਇਹਨੂੰ ਹੱਲ ਕਿਵੇਂ ਕਰ ਸਕਦੇ ਹਾਂ, ਕਿ ਜੇ ਸਾਡੇ ਪੜ੍ਹੇ ਲਿਖੇ ਨੌਜਵਾਨ, ਖਾਸ ਤੌਰ 'ਤੇ ਸਾਡੀਆਂ ਪੜ੍ਹੀਆਂ ਲਿਖੀਆਂ ਔਰਤਾਂ ਇਹ ਮਹਿਸੂਸ ਕਰਨ ਲੱਗੀਆਂ ਕਿ ਜੇ ਅਸੀਂ ਪੜ੍ਹ ਲਿਖ ਕੇ ਇੱਥੇ ਰਹਿਣਾ ਸਾਨੂੰ ਡੰਡੇ ਪੈਂਦੇ ਨੇ, ਅਤੇ ਜੇ ਨਹੀਂ ਡੰਡੇ ਖਾਣੇ ਤਾਂ ਫਿਰ ਕੈਨੇਡਾ ਚਲੇ ਜਾਈਏ,
ਮੈਨੂੰ ਲੱਗਦਾ ਇਹ ਗੱਲ ਜਿਹੜੀ ਹੈ ਇਹ ਹੋਪਲੈਸਨੈਸ ਵਾਲੇ ਪਾਸੇ ਤੁਰ ਗਈ। ਤੇ ਫਿਰ ਅਸੀਂ ਇਕੋਨੋਮਿਸਟ ਦੇ ਤੌਰ ਤੇ ਆਪਸ ਵਿੱਚ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਸਾਡੀਆਂ ਚੱਲਦੀਆਂ ਰਹਿੰਦੀਆਂ ਨੇ। ਤੇ ਅਸੀਂ ਫਿਰ ਤਿੰਨ ਇਕੋਨੋਮਿਸਟ, ਜਿਹਦੇ ਵਿੱਚ ਮੇਰੇ ਨਾਲ ਪ੍ਰੋਫੈਸਰ ਕੇਸਰ ਸਿੰਘ ਭੰਗੂ, ਪ੍ਰੋਫੈਸਰ ਸੁਖਵਿੰਦਰ ਸਿੰਘ ਤੇ ਮੈਂ, ਅਸੀਂ ਇਕੱਠੇ ਹੋ ਕੇ ਅਸੀਂ ਕਾਫੀ ਲੰਬੀ ਦੇਰ ਇਸ ਗੱਲ ਦੇ ਉੱਤੇ ਬਹਿਸ ਕਰਦੇ ਰਹੇ ਕਿ ਸਾਨੂੰ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਦੀ ਗੱਲ ਜਿਹੜੀ ਉਹ ਕਰਨੀ ਚਾਹੀਦੀ ਹੈ। ਸਾਨੂੰ ਲੱਗਦਾ ਹੈ ਕਿ ਕਿਸੇ ਵੀ ਜਿਹੜਾ ਖਿੱਤਾ ਹੈ, ਜੇ ਉਹਦੀ ਫਿਸਕਲ ਪਾਲਿਸੀ ਜਿਹੜਾ ਬਹੁਤ ਹੀ ਇੰਪੋਰਟੈਂਟ ਟੂਲ ਹੈ, ਉਹ ਪਿਛਲੇ 40 ਸਾਲਾਂ ਤੋਂ ਕੰਮ ਨਹੀਂ ਕਰਦੀ ਆ ਰਹੀ, ਤਾਂ ਇੱਥੇ ਕੋਈ ਇਨਵੈਸਟਮੈਂਟ ਨਹੀਂ 40 ਸਾਲਾਂ ਤੋਂ ਹੋ ਰਹੀ, ਤੇ ਇਹ ਵਿਕਾਸ ਦੀ ਦਰ ਨੀਚੇ ਜਾ ਰਹੀ ਹੈ। ਅਸੀਂ ਬਾਕੀਆਂ ਸਟੇਟਸ ਨਾਲੋਂ ਪਛੜਦੇ ਜਾ ਰਹੇ ਹਾਂ। ਸਾਡੀ ਪਰ ਕੈਪੀਟਾ ਇਨਕਮ ਜਿਹੜੀ ਆ ਉਹ ਘਟਦੀ ਜਾ ਰਹੀ ਹੈ। ਸਾਡੇ ਲੋਕ ਇੱਥੋਂ ਬਾਹਰ ਨੂੰ ਦੌੜ ਰਹੇ ਨੇ ਤੇ ਹਫੜਾ ਦਫੜੀ ਮਚ ਗਈ ਹੈ। ਇਹ ਸੁਸਾਇਟੀ ਸਾਡੀ ਪੀਸਫੁਲ ਰਹਿਣੀ ਨਹੀਂ ਜੇ ਅਸੀਂ ਇਹਨੂੰ ਸੁਧਾਰ ਨਹੀਂ ਇਹਦੇ 'ਚ ਕਰਦੇ। ਤੇ ਸਾਨੂੰ ਲੱਗਿਆ ਕਿ ਕਿਉਂਕਿ ਜੋ ਪੰਜਾਬ ਦਾ ਇਸ ਵੇਲੇ ਨਵੀਂ ਸਰਕਾਰ ਰਹੀ ਹੈ, ਜੋ ਮਾਹੌਲ ਹੈ, ਜਿਸ ਤਰੀਕੇ ਨਾਲ ਜੋ ਚੱਲ ਰਿਹਾ ਹੈ, ਪਿਛਲੇ ਸਮੇਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਇਕੱਠੀਆਂ ਹੋ ਗਈਆਂ, ਤੇ ਮੈਨੂੰ ਲੱਗਦਾ ਕਿ ਪੰਜਾਬ ਇੱਕ ਬਹੁਪੱਖੀ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਵਿੱਚ ਘਿਰਿਆ ਹੋਇਆ, ਤੇ ਉਹ ਸਮੱਸਿਆ ਜਿਹੜੀਆਂ ਨੇ ਉਹ ਆਪਸ ਵਿੱਚ ਬਹੁਤ ਕਲੋਜ਼ਲੀ ਕਨੈਕਟਡ ਨੇ। ਤੇ ਉਹਨਾਂ ਦੀਆਂ ਤੰਦਾਂ ਨੂੰ ਫੜਨਾ ਤੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਹੱਲ ਕਰਨਾ ਜਿਹੜਾ ਉਹ ਸ਼ਾਇਦ ਇਸ ਵੇਲੇ ਬਹੁਤ ਮੁਸ਼ਕਲ ਕੰਮ ਹੈ, ਜਿਹੜਾ ਸਾਡੇ ਪਾਲਿਸੀ ਮੇਕਰ, ਪੋਲੀਟੀਸ਼ੀਅਨ ਤੇ ਬਿਊਰੋਕਰੈਟਸ ਨੂੰ ਕਰਨਾ ਚਾਹੀਦਾ। ਪਰ ਮੈਨੂੰ ਲੱਗਦਾ ਕਿ ਉਹ ਇਸ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਸਪਸ਼ਟ ਤੌਰ ਤੇ ਆਪਣੀਆਂ ਸਮੱਸਿਆਵਾਂ ਨਾ ਤੇ ਦੱਸਣਾ ਚਾਹੁੰਦੇ ਨੇ, ਕਿ ਉਹ ਸਮਝਦੇ ਸਮੱਸਿਆ ਦੱਸ ਦਿਓ ਤੇ ਵੀਕ ਹੋ ਜਾਂਦਾ ਬੰਦਾ, ਵੀਕ ਸਰਕਾਰ ਲੋਕ ਕਹਿਣਗੇ। ਪਰ ਮੈਨੂੰ ਲੱਗਦਾ ਕਿ ਜੋ ਪ੍ਰਸਥਿਤੀਆਂ ਨੇ ਉਹਨਾਂ ਨੂੰ ਪਹਿਲਾਂ ਦੱਸਣਾ, ਫਿਰ ਉਹਨਾਂ ਦੇ ਉੱਤੇ ਪਲਾਨ ਬਣਾ ਕੇ ਐਕਟ ਕਰਨਾ, ਤਾਂ ਕਿ ਉਹਨਾਂ ਨੂੰ ਅਸੀਂ ਠੀਕ ਕਰ ਸਕੀਏ। ਇਹਦੇ ਵੱਲ ਜਿਹੜੀ ਹੈ ਸਾਨੂੰ ਕਦਮ ਚੱਕਣ ਦੀ ਜ਼ਰੂਰਤ ਹੈ। ਤੋ ਅਸੀਂ ਜਿਹੜਾ ਲੈਟਰ ਲਿਖਿਆ ਫਾਈਨਾਂਸ ਮਿਨਿਸਟਰ ਆਫ ਇੰਡੀਆ ਨੂੰ, ਮੈਂ ਇਹ ਸਮਝਦਾ ਕਿ ਸਾਡਾ ਫੈਡਰਲ ਢਾਂਚਾ ਹੈ ਤੇ ਸਾਡੇ ਕਾਨਸਟੀਟਿਊਸ਼ਨ ਨੇ ਬਹੁਤ ਸਾਰਾ ਇਹ ਗੱਲਾਂ ਬਹੁਤ ਕਲੈਰਿਟੀ ਨਾਲ ਲਿਖੀਆਂ ਹੋਈਆਂ ਨੇ ਕਿ ਜਿਹੜੀ ਸਟੇਟ ਦੀ ਰਿਸਪੌਂਸਿਬਿਲਿਟੀਜ਼ ਨੇ, ਕੰਮਕਾਰ ਕਰਨੇ ਨੇ, ਸਟੇਟ ਨੇ ਡਿਵੈਲਪਮੈਂਟ ਕਰਨੀ ਹੈ, ਤੇ 70% ਡਿਊਟੀਆਂ ਜਿਹੜੀਆਂ ਨੇ ਉਹ ਸਟੇਟ ਕੋਲ ਨੇ, 30% ਦੇ ਕਰੀਬ ਸੈਂਟਰ ਕੋਲ ਨੇ। ਪਰ ਹੁਣ ਕੀ ਹੈ ਕਿ ਰਿਸੋਰਸਿਸ ਸਾਰੇ ਸੈਂਟਰ ਕੋਲ ਨੇ, ਤੇ ਸਟੇਟਸ ਜਿਹੜੀਆਂ ਨੇ ਉਹ ਮਤਲਬ ਸਿਰਫ ਡਿਊਟੀਆਂ ਉਹਨਾਂ ਕੋਲ ਰਹਿ ਗਈਆਂ। ਤਾਂ ਮੈਨੂੰ ਲੱਗਦਾ ਸੀ ਕਿ ਜੋ ਪੰਜਾਬ ਦੀ ਹਾਲਾਤ ਨੇ, ਤੇ ਜੋ ਜਿਹੜੀ ਹੈ ਸੈਂਟਰ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਦੇਸ਼ ਦੀ ਇਕੋਨਮੀ ਨੂੰ ਅਸੀਂ ਦੁਨੀਆ ਦੀ ਤੀਜੀ ਵੱਡੀ ਆਰਥਿਕਤਾ ਦੇ ਤੌਰ ਤੇ ਹੀ ਪੇਸ਼ ਕਰਨਾ, ਤੇ ਮੈਨੂੰ ਲੱਗਦਾ ਹੈ ਕਿ ਜੇ ਕੋਈ ਚੰਗੀਆਂ ਸਟੇਟਸ ਨੇ ਜਿਨ੍ਹਾਂ ਵਿੱਚ ਪੰਜਾਬ, ਜਿਹਦੇ 'ਚ ਇਨਫਰਾਸਟਰਕਚਰ ਬਹੁਤ ਅੱਛਾ ਕੀਤਾ ਹੈ, ਇਹਦੀ ਖੇਤੀ ਜਿਹੜੀ ਆ ਹਾਈਲੀ ਪ੍ਰੋਡਕਟਿਵ ਹੈ, ਔਰ ਇੱਥੋਂ ਦੇ ਲੋਕ ਬਹੁਤ ਐਂਟਰਪ੍ਰੇਨਿਓਰ ਨੇ। ਜੇ ਇੰਡੀਆ ਨੇ ਆਪਣਾ ਸੁਪਨਾ ਦੇਖਣਾ ਡਿਵੈਲਪਮੈਂਟ ਦਾ ਕਿ ਅਸੀਂ ਡਿਵੈਲਪਡ ਸਟੇਟ ਬਣਨਾ, ਤਾਂ ਪੰਜਾਬ ਵਰਗੀ ਸਟੇਟ ਜੇ ਪਿੱਛੇ ਰਹਿ ਜਾਂਦੀ ਹੈ ਤਾਂ ਇਹ ਸੁਪਨਾ ਪੂਰਾ ਨਾ ਤਾਂ ਦੇਸ਼ ਦਾ ਹੋ ਸਕਦਾ ਤੇ ਨਾ ਪੰਜਾਬ ਦਾ ਪੂਰਾ ਹੋ ਸਕਦਾ। ਤੇ ਪੰਜਾਬ ਮੋਹਰੀ ਸਟੇਟਾਂ ਵਿੱਚ ਆ ਸਕਦੀ ਹੈ। ਅਸੀਂ ਇਹਨਾਂ ਮੁੱਦਿਆਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਸੀਂ ਜਿਹੜਾ ਇੱਕ ਲੈਟਰ ਹੈ ਉਹ ਲਿਖਿਆ ਹੈ ਫਾਈਨਾਂਸ ਮਿਨਿਸਟਰ ਇੰਡੀਆ ਨੂੰ, ਔਰ ਅਸੀਂ ਉਹਦੀ ਕਾਪੀ ਜਿਹੜੀ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਵੀ ਕੀਤੀ ਹੈ, ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਕੀਤੀ ਹੈ, ਪੰਜਾਬ ਦੇ ਫਾਈਨਾਂਸ ਮਿਨਿਸਟਰ ਨੂੰ ਵੀ ਕੀਤੀ ਹੈ, ਤੇ ਕੁਛ ਸਾਡੇ ਜਿਹੜੇ MPs ਨੇ ਉਹਨਾਂ ਨੂੰ ਵੀ ਅਸੀਂ ਉਹਦੀ ਕਾਪੀ ਜਿਹੜੀ ਆ ਉਹ ਕੀਤੀ ਹੈਗੀ ਆ। 5 ਤਰੀਕ ਨੂੰ ਇਹ ਲੈਟਰ ਜਿਹੜਾ ਹੈ ਉਹ ਬਹੁਤ ਸਾਰੀਆਂ ਅੰਗਰੇਜ਼ੀ ਦੀਆਂ ਅਖਬਾਰਾਂ ਵਿੱਚ ਛਪਿਆ ਹੈ, ਪਰ ਪੰਜਾਬੀ ਦੀਆਂ ਅਖਬਾਰਾਂ ਨੇ ਅਜੇ ਤੱਕ ਇਹਦਾ ਕੋਈ ਨੋਟਿਸ ਲਿਆ ਨਹੀਂ ਹੈਗਾ। ਸੋ ਇਸ ਕਰਕੇ ਉਹਦੇ ਵਿੱਚ ਅਸੀਂ 2-3 ਗੱਲਾਂ ਬਹੁਤ ਅਹਿਮ ਕੀਤੀਆਂ ਨੇ। ਇੱਕ ਤਾਂ ਅਸੀਂ ਕਿਹਾ ਕਿ ਡਿਵੈਲਪਮੈਂਟ ਕਿੱਦਾਂ ਦੀ ਪੋਸੀਬਲ ਹੋ ਸਕਦੀ ਹੈ ਇਸ ਦੇਸ਼ ਵਿੱਚ, ਜਿਸ 'ਚ ਪੰਜਾਬ ਦਾ ਬਹੁਤ ਵੱਡਾ ਰੋਲ ਹੈ। ਜੇ ਪੰਜਾਬ ਦੇ ਰੋਲ ਨੂੰ ਸੈਂਟਰਲ ਗਵਰਨਮੈਂਟ ਮਾਈਨਸ ਕਰਕੇ ਦੇਖਦੀ ਹੈ ਤਾਂ ਉਹਦੇ ਨਾਲ ਦੇਸ਼ ਜਿਹੜਾ ਤਰੱਕੀ ਨਹੀਂ ਕਰ ਸਕਦਾ। ਸੋ ਇਸ ਕਰਕੇ ਪੰਜਾਬ ਦੀ ਤਰੱਕੀ ਜਿਹੜੀ ਹੈ ਉਹ ਮੋਹਰੀ ਹੋ ਕੇ, ਪੰਜਾਬ ਜਿਹੜਾ ਹਮੇਸ਼ਾ ਹੀ ਹਰ ਚੀਜ਼ 'ਚ, ਚਾਹੇ ਉਹ ਮਤਲਬ ਫਰੀਡਮ ਸਟਰਗਲ ਹੋਵੇ, ਚਾਹੇ ਉਦੋਂ ਬਾਅਦ ਫੂਡ ਸਿਕਿਉਰਿਟੀ ਦੀ ਪ੍ਰੋਬਲਮ ਹੋਏ, ਪੰਜਾਬ ਦੇ ਲੋਕ ਲੱਗ ਕੇ ਫੌਜ ਦੀ ਕੋਈ ਵਾਰ ਜਿਹੜੀਆਂ ਸਾਡੇ ਆਲੇ ਦੁਆਲੇ ਕੰਟਰੀਜ਼ ਨਾਲ ਹੁੰਦੀਆਂ ਨੇ, ਉਹਨਾਂ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਹਮੇਸ਼ਾ ਮੋਹਰੇ ਲੱਗ ਕੇ ਆਪਣੇ ਇੰਨੇ ਉਦਮੀ ਨੇ ਕਿ ਹਰ ਕੰਮ ਨੂੰ ਉਹ ਪਹਿਲਾਂ ਕਰਦੇ ਨੇ। ਤੇ ਮੈਨੂੰ ਲੱਗਦਾ ਕਿ ਜੇ ਡਿਵੈਲਪਮੈਂਟ ਵੀ ਦੇਸ਼ ਨੇ ਕਰਨੀ ਹੈ ਤਾਂ ਪੰਜਾਬੀ ਪਹਿਲਾਂ ਹੋਣੇ ਚਾਹੀਦੇ ਨੇ। ਤੋ ਇਸ ਕਰਕੇ ਪੰਜਾਬ ਵਾਸਤੇ ਅਸੀਂ ਫਿਰ ਉਹਨਾਂ ਨੂੰ ਕੁਝ ਸੁਜੈਸ਼ਨ ਦਿੱਤੇ ਨੇ,
ਕਿ ਪੰਜਾਬ ਜਿਹੜਾ ਹੈ ਉਹਦੇ ਸਿਰ ਕਰਜ਼ਾ ਜਿਹੜਾ ਹੈ 3 ਲੱਖ ਕਰੋੜ ਦਾ ਹੈ, ਜਿਹੜਾ ਸਾਡੀ ਸਟੇਟ ਡੋਮੈਸਟਿਕ ਪ੍ਰੋਡਕਟ ਦਾ ਕੋਈ 53.3% ਹੈ। ਔਰ ਉਹਦੀ ਜਿਹੜੀ ਅਸੀਂ ਰੇਟ ਆਫ ਇੰਟਰਸਟ ਹਰ ਸਾਲ ਦਿੰਦੇ ਹਾਂ ਉਹ ਕੋਈ 45% ਸਾਡੀ ਜਿਹੜੀ ਰੈਵਨਿਊ ਅਸੀਂ ਜਨਰੇਟ ਕਰਦੇ ਹਾਂ ਉਹਦਾ 45% ਸਾਡਾ ਜਿਹੜਾ ਆਪਣਾ ਪੰਜਾਬ ਦਾ ਰੈਵਨਿਊ ਅਸੀਂ ਜਨਰੇਟ ਕਰਦੇ ਹਾਂ 45% ਉਹ ਅਸੀਂ ਰੇਟ ਆਫ ਇੰਟਰਸਟ ਦੇ ਸਕਦੇ ਹਾਂ। ਹੁਣ ਵੀ ਸਵਾਲ ਜਿਹੜਾ ਬਹੁਤ ਸਾਰੇ ਪੱਤਰਕਾਰ ਜਾਂ ਇੰਡੀਆ ਵਿੱਚ ਪੁੱਛਿਆ ਜਾ ਰਿਹਾ ਕਿ ਪਿਛਲੇ ਜਿਹੜੇ 6 ਮਹੀਨੇ ਨਿਕਲੇ ਨੇ ਉਹਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਇੱਕ ਪ੍ਰਪੋਜ਼ਲ ਦਿੱਤੀ ਸੀ ਕਿ ਤੁਸੀਂ ਕੈਪੀਟਲ ਐਕਸਪੈਂਡੀਚਰ ਕਰਨਾ ਹੈਗਾ, ਤੇ ਪੰਜਾਬ ਸਭ ਤੋਂ ਪਿੱਛੇ ਰਹਿ ਗਿਆ ਬਾਕੀ ਸਾਰੀਆਂ ਸਟੇਟਾਂ ਤੋਂ। ਕਿਉਂ ਨਹੀਂ ਪੰਜਾਬ ਕੈਪੀਟਲ ਐਕਸਪੈਂਡੀਚਰ ਕਰਦਾ? ਕਿਉਂਕਿ ਸਾਡੇ ਕੋਲ ਪੈਸਾ ਤਾਂ ਸੈਲਰੀ ਦੇਣ ਨੂੰ ਵੀ ਹੈ ਨਹੀਂ। ਅਸੀਂ ਜਦੋਂ ਸੈਲਰੀ ਦੇਣੀ ਹੈ ਉਸੋਂ ਅਸੀਂ ਪੈਸੇ ਮੰਗਦੇ ਹਾਂ, ਕਰਜ਼ਾ ਲੈ ਲੈਂਦੇ ਹਾਂ। ਜੇ ਅਸੀਂ ਕਿਸ਼ਤ ਕਰਜ਼ੇ ਦੀ ਵਾਪਸ ਕਰਨੀ ਹੈ ਤਾਂ ਵੀ ਕਰਜ਼ਾ ਲੈ ਲੈਂਦੇ ਹਾਂ। ਸੋ ਸਾਨੂੰ ਲੱਗਦਾ ਕਿ ਪਹਿਲਾਂ ਪੰਜਾਬ ਜਿਹੜਾ ਉਹ ਡੈਟ ਸਟ੍ਰੈਸ ਵਿੱਚ ਹੁੰਦਾ ਸੀ, ਹੁਣ ਅਸੀਂ ਡੈਟ ਟਰੈਪ 'ਚ ਆ ਗਏ। ਡੈਟ ਟਰੈਪ ਅਸੀਂ ਉਸ ਗੱਲ ਨੂੰ ਮੰਨਦੇ ਹਾਂ ਕਿ ਜਦੋਂ ਅਸੀਂ ਆਪਣੀਆਂ ਲਾਇਬਿਲਿਟੀਜ਼ ਨੂੰ ਦੇਣ ਵਾਸਤੇ ਕਰਜ਼ਾ ਉਠਾਉਣ ਲੱਗ ਜਾਈਏ ਤਾਂ ਫਿਰ ਸਮਝ ਲਓ ਅਸੀਂ ਹੁਣ ਉਹ ਮਤਲਬ ਆਪਣੀ ਆਮਦਨ ਤੋਂ ਕਰਜ਼ਾ ਨਹੀਂ ਦੇ ਸਕਦੇ, ਤਾਂ ਅਸੀਂ ਡੈਟ ਟਰੈਪ 'ਚ ਅਸੀਂ ਉਹਦੇ ਥੱਲੇ ਆ ਗਏ ਡੈਟ ਦੇ। ਹੁਣ ਸਾਡੇ ਕੋਲ ਹਿੱਲਿਆ ਨਹੀਂ ਜਾ ਰਿਹਾ। ਤੋ ਇਹਨੂੰ ਇਸ ਮਸਲੇ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਵਿੱਚ ਹੱਲ ਕੀਤਾ ਜਾ ਸਕਦਾ, ਤੇ ਬਹੁਤ ਸਾਰੇ ਵੇਜ਼ ਐਂਡ ਮੀਨਸ ਨੇ ਜਿਨ੍ਹਾਂ ਨਾਲ ਅਸੀਂ ਇਹ ਗੱਲ ਜਿਹੜੀ ਆ ਉਹ ਕਰਜ਼ੇ ਨੂੰ ਹੱਲ ਕਰ ਸਕਦੇ ਹਾਂ। ਤੋ ਅਸੀਂ ਸਭ ਤੋਂ ਸੌਖਾ ਸਿੰਪਲ ਤਰੀਕਾ ਜਿਹੜਾ ਹੈ ਉਹ ਅਸੀਂ ਲੱਭਿਆ ਕਿ ਇਹਦੇ 'ਚ ਕਿਸੇ ਵੀ ਧਿਰ ਨੂੰ ਬਹੁਤ ਜ਼ਿਆਦਾ ਕਸਾਰਾ ਨਹੀਂ ਲੱਗੇਗਾ। ਹਾਲਾਂਕਿ ਸੈਂਟਰਲ ਗੌਰਮੈਂਟ ਨੇ, ਜੇ ਤੁਸੀਂ ਅੱਜ ਹੀ ਅਖਬਾਰ 'ਚ ਪੜ੍ਹਿਆ ਹੋਏ, ਤੇ 10,000 ਕਰੋੜ ਰੁਪਈਆ ਜਿਹੜਾ ਹੈ ਉਹਨਾਂ ਨੇ NPA ਮਾਫ ਕੀਤਾ ਪਿਛਲੇ 5 ਸਾਲਾਂ 'ਚ। ਤੋ 3,000 ਕਰੋੜ ਜੇ ਤੁਸੀਂ 3 ਲੱਖ ਕਰੋੜ ਜੇ 10 ਲੱਖ ਕਰੋੜ ਉਹਨਾਂ ਨੇ ਕੀਤਾ, ਤੋ 3 ਲੱਖ ਕਰੋੜ ਸਾਡਾ ਜਿਹੜਾ ਕਰਜ਼ਾ ਹੈ ਉਹ ਕੋਈ ਬਹੁਤ ਵੱਡਾ ਕਰਜ਼ਾ ਨਹੀਂ ਹੈ। ਇਸੇ ਤਰ੍ਹਾਂ ਹੀ ਉਹਨਾਂ ਨੇ 40 ਲੱਖ ਕਰੋੜ ਜਿਹੜਾ ਹੈ ਉਹਦੇ 'ਚ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਸਬਸਿਡੀਆਂ ਦੇ ਦਿੱਤੀਆਂ, ਉਹ ਸਾਡਾ ਰੈਵਨਿਊ ਲਾਸ ਹੋ ਗਿਆ। ਤੋ ਮਤਲਬ ਮੈਨੂੰ ਲੱਗਦਾ ਕਿ ਸੈਂਟਰਲ ਗਵਰਨਮੈਂਟ ਕੋਲ ਅਥਾਹ ਸਮੂਹ ਆਫ ਰਿਸੋਰਸਿਸ ਨੇ ਜਿਨ੍ਹਾਂ ਨੂੰ ਉਹ ਸਾਡੇ ਜੇ ਇਹ ਹੱਲ ਕਰੇ ਮਸਲਾ ਤੇ ਹੱਲ ਹੋਣ ਦੀ ਪੋਸੀਬਿਲਿਟੀ ਬਣ ਜਾਂਦੀ ਹੈ। ਤੋ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਕੁਛ ਨਾ ਦਿਓ, ਸਾਡਾ ਕਰਜ਼ਾ ਜਿਹੜਾ ਹੈ ਉਹਨੂੰ ਇੱਥੇ ਸਥਗਿਤ ਕਰ ਦਿਓ, ਉਹਦੇ ਤੇ ਕੋਈ ਰੇਟ ਆਫ ਇੰਟਰਸਟ ਚਾਰਜ ਨਹੀਂ ਹੋਏਗਾ। ਤੇ ਜੇ ਸਾਡਾ ਉਹ 22,000 ਕਰੋੜ ਰੁਪਈਆ ਜਿਹੜਾ ਸਾਲ ਦਾ ਅਸੀਂ ਰੇਟ ਆਫ ਇੰਟਰਸਟ ਦਿੰਦੇ ਹਾਂ, ਜਿਹੜਾ ਸਾਡਾ 45% ਬਣਦਾ ਸਾਡੇ ਓਨ ਟੈਕਸ ਰੈਵਨਿਊ ਦਾ, ਉਹ ਅਸੀਂ ਕੈਪੀਟਲ ਐਕਸਪੈਂਡੀਚਰ ਵਾਲੇ ਪਾਸੇ ਪਾ ਸਕਦੇ ਹਾਂ। ਸਟੇਟ ਗਵਰਨਮੈਂਟ ਜਿਹੜੀ ਆ ਉਹ ਆਪਣੀ ਇਨਵੈਸਟਮੈਂਟ ਕਰ ਸਕਦੀ ਹੈ। ਦੂਸਰਾ ਤਰੀਕਾ ਅਸੀਂ ਇਹ ਉਹਨਾਂ ਨੂੰ ਕਿਹਾ ਕਿ ਸਾਡੀ ਜਿਹੜੀ ਮੋਨਟਰੀ ਪਾਲਿਸੀ ਆ ਜਿਹਦਾ 100% ਕੰਟਰੋਲ ਜਿਹੜਾ ਉਹ ਸੈਂਟਰਲ ਗਵਰਨਮੈਂਟ ਦਾ ਹੁੰਦਾ, ਸਾਡੀ ਪੰਜਾਬ ਦਾ ਉਹਦੇ 'ਤੇ ਕੋਈ ਕੰਟਰੋਲ ਨਹੀਂ। ਸਾਡੇ ਜਿਹੜੇ ਬੈਂਕ ਨੇ, ਤੁਹਾਨੂੰ ਮੈਂ ਤੁਹਾਡੇ ਪਾਠਕਾਂ ਨਾਲ ਤੁਹਾਡੇ ਧਿਆਨ 'ਚ ਗੱਲ ਲਿਆਉਣੀ ਚਾਹਾਂਗਾ ਕਿ ਸਾਡੇ ਜਿਹੜੇ ਬੈਂਕ ਨੇ ਉਹ ਸਾਡੀਆਂ ਸੇਵਿੰਗ ਜਿਹੜੀਆਂ ਪੰਜਾਬ 'ਚ ਲੋਕ ਰਹਿੰਦੇ ਨੇ ਉਹ ਇਕੱਠੀਆਂ ਕਰਦੇ ਨੇ ਤੇ ਉਹਦੇ 'ਚੋਂ ਸਾਨੂੰ ਜੇ ਅਸੀਂ ਉੱਤੇ ਇਨਵੈਸਟਮੈਂਟ ਕਰਨੀ ਹੈ ਉੱਥੋਂ ਕਰਜ਼ਾ ਲੈ ਲੈਂਦੇ ਹਾਂ ਤਾਂ ਸਾਨੂੰ 55% ਦਿੰਦੇ ਆ। 45% ਸਾਡਾ ਜਿਹੜਾ ਸੇਵਿੰਗ ਹੈ ਉਹ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਉਹ ਇਨਵੈਸਟ ਕਰਕੇ ਉਹਦੇ 'ਤੇ ਰੇਟ ਆਫ ਇੰਟਰਸਟ ਕਮਾਉਂਦੇ ਆ ਬੈਂਕਸ। ਤੋ ਇਸ ਕਰਕੇ ਮੈਂ ਕਹਿੰਦਾ ਕਿ ਸਾਡਾ ਜਿਹੜਾ ਬੈਂਕਿੰਗ ਸਿਸਟਮ ਹੈ, ਜਿਸ ਖਿੱਤੇ 'ਚੋਂ ਸੇਵਿੰਗ ਇਕੱਠੀਆਂ ਕਰਦਾ, ਜੇ ਉਸੇ ਖਿੱਤੇ ਵਿੱਚ ਉਹ ਲਾਵੇ ਤੇ ਸਾਡੀ ਜਿਹੜੀ ਬਹੁਤ ਵੱਡੀ ਇਨਵੈਸਟਮੈਂਟ ਆਪਣੇ ਆਪ ਹੀ ਹੋ ਸਕਦੀ ਹੈ। ਕਿਉਂਕਿ ਬੈਂਕ ਨੂੰ ਇਹ ਲੱਗਦਾ ਕਿ ਕਿਤੇ ਵੀ ਉਹ ਆਪਣਾ ਇਨਵੈਸਟਮੈਂਟ ਕਰ ਸਕਦੇ ਨੇ, ਇਸ ਕਰਕੇ ਉਹਨਾਂ ਨੂੰ ਇੱਥੇ ਇਨਵੈਸਟਮੈਂਟ ਕਰਨ ਦੀ ਜਾਂ ਇੱਥੇ ਸੇਵਿੰਗ ਜਿਹੜੀਆਂ ਉਹ ਤੋਂ ਕ੍ਰੈਡਿਟ ਦੇਣ ਦੀ ਸਾਨੂੰ ਲੋੜ ਨਹੀਂ ਪੈਂਦੀ। ਤਾਂ ਉਹਦੇ ਨਾਲ ਕੀ ਹੈ ਕਿ ਪੰਜਾਬ ਵਿੱਚ ਅਸੀਂ ਸੇਵਿੰਗ ਤਾਂ ਕਰਦੇ ਹਾਂ ਪਰ ਸਾਡੀ ਇਨਵੈਸਟਮੈਂਟ ਨਹੀਂ ਹੋ ਰਹੀ, ਇਸ ਕਰਕੇ ਸਾਡੀ ਡੈਫੀਸ਼ੀਐਂਸੀ ਆਫ ਇਨਵੈਸਟਮੈਂਟ ਹੁੰਦੀ ਹੈ। ਤੇ ਉਹਦੇ ਵਿੱਚ ਅਸੀਂ ਇਹ ਲਿਖਿਆ ਸੈਂਟਰਲ ਗਵਰਨਮੈਂਟ ਨੂੰ ਕਿ ਮੋਨਟਰੀ ਪਾਲਿਸੀ ਜਿਹੜੀ ਹੈ ਉਹਦਾ ਆਪਰੇਸ਼ਨ ਨਾਲ ਪੰਜਾਬ ਦੀ ਸਮਾਲ ਫਾਰਮਿੰਗ ਹੈ, ਸਮਾਲ ਇੰਡਸਟਰੀ ਹੈਗੀ ਹੈ, ਔਰ ਬਾਕੀ ਸਰਵਿਸਿਜ਼ ਸੈਕਟਰ 'ਚ ਵੀ ਬਹੁਤ ਵੱਡੇ ਐਂਟਰਪ੍ਰੇਨਿਓਰ ਨੇ ਕਿ ਸਮਾਲ ਨੇ। ਇਸ ਕਰਕੇ ਜਦੋਂ ਵੀ ਮੋਨਟਰੀ ਪਾਲਿਸੀ ਉਹ ਆਪਰੇਟ ਕਰਦੇ ਨੇ, ਰੇਟ ਆਫ ਇੰਟਰਸਟ ਕਰਦੇ ਨੇ, ਰੈਪੋ ਰੇਟ ਕਰਦੇ ਨੇ, ਤਾਂ ਪੰਜਾਬ ਨੂੰ ਉਹਦਾ ਬਹੁਤ ਵੱਡਾ ਨੁਕਸਾਨ ਹੁੰਦਾ। ਤੇ ਉਹ ਨੁਕਸਾਨ ਦੀ ਭਰਪਾਈ ਜਿਹੜੀ ਉਹਦੀ ਅਜੇ ਤੱਕ ਮੋਨਟਰੀ ਪਾਲਿਸੀ 'ਚ ਕਿਸੇ ਨੇ ਗੱਲ ਨਹੀਂ ਕੀਤੀ। ਜਦੋਂ ਮੋਨਟਰੀ ਪਾਲਿਸੀ ਸਰਪਲਸ ਜਨਰੇਟ ਕਰਦੀ ਹੈ ਤਾਂ RBI ਸੈਂਟਰਲ ਗਵਰਨਮੈਂਟ ਨੂੰ ਟਰਾਂਸਫਰ ਕਰ ਦਿੰਦਾ। ਸੈਂਟਰਲ ਗਵਰਨਮੈਂਟ ਨੂੰ ਜੇ ਨਾ ਟਰਾਂਸਫਰ ਕਰੇ ਤਾਂ ਉਹ ਕਮੇਟੀ ਬਦਲ ਦਿੰਦੇ ਆ, ਉਹ RBI ਦਾ ਚੇਅਰਮੈਨ ਬਦਲ ਦਿੰਦੇ ਨੇ ਤੇ ਉਹ ਤੋਂ ਪੈਸੇ ਲੈ ਲੈਂਦੇ ਆ ਸੈਂਟਰਲ ਗਵਰਨਮੈਂਟ, ਪਰ ਸਟੇਟਾਂ ਨਾਲ ਉਹ ਸ਼ੇਅਰ ਨਹੀਂ ਕਰਦੇ, ਪਰ ਉਹ ਹੈ ਸਟੇਟਾਂ ਦਾ ਸ਼ੇਅਰ।
ਤੋ ਇਸ ਕਰਕੇ ਮੈਨੂੰ ਇਹ ਆ ਕਿ ਪੰਜਾਬ ਪ੍ਰਾਂਤ ਦੀ ਬਹੁਤ ਵੱਡੀ ਜਿਹੜੀ ਮੋਨਟਰੀ ਪਾਲਿਸੀ ਨਾਲ ਇਨਵੈਸਟਮੈਂਟ ਬਾਹਰ ਜਾ ਰਹੀ ਹੈ ਤੇ ਉਹਦੇ ਨਾਲ ਭਰਪਾਈ ਨਹੀਂ ਹੋ ਰਹੀ, ਤਾਂ ਸੈਂਟਰਲ ਗਵਰਨਮੈਂਟ ਨੂੰ ਉਹਦੇ 'ਚ ਅਸੀਂ ਪ੍ਰਪੋਜ਼ ਕੀਤਾ ਇਨ ਲਿਊ ਆਫ ਦੈਟ ਤੁਹਾਨੂੰ 20,000 ਕਰੋੜ ਰੁਪਈਆ ਪਰ ਐਨਮ ਅਗਲੇ 7 ਸਾਲ ਲਈ ਜੇ ਤੁਸੀਂ ਦਿਓ, ਤੇ ਸਾਡੀ ਜਿਹੜੀ ਇੱਥੇ ਇਨਵੈਸਟਮੈਂਟ 40,000 ਕਰੋੜ ਪਰ ਐਨਮ ਪੰਜਾਬ ਗਵਰਨਮੈਂਟ ਦੀ ਤੇ ਸੈਂਟਰਲ ਗਵਰਨਮੈਂਟ ਦੀ ਇਕੱਠੀ ਕਰਕੇ ਐਡੀਸ਼ਨਲ ਇਨਵੈਸਟਮੈਂਟ ਇੰਨੀ ਹੋਏਗੀ। ਇਹਦੇ ਨਾਲ ਕੀ ਹੋਏਗਾ ਕਿ ਇੱਕ ਉਸਾਰੂ ਮਾਹੌਲ ਬਣੇਗਾ, ਜਿਹਦੇ ਵਿੱਚ ਸਾਡੇ ਨੌਨ ਰੈਜ਼ੀਡੈਂਟ ਇੰਡੀਅਨ ਜਿਹੜੇ ਨੇ ਉਹ ਕਹਿਣਗੇ ਕਿ ਵੀ ਪੰਜਾਬ ਦਾ ਮਾਹੌਲ ਬਦਲ ਰਿਹਾ, ਇੱਥੇ ਇਨਵੈਸਟਮੈਂਟ ਕਰੋ। ਜਿਹੜੇ ਦੂਜੇ ਪ੍ਰਾਈਵੇਟ ਘਰਾਣੇ ਨੇ ਉਹ ਵੀ ਕਹਿਣਗੇ ਕਿ ਪੰਜਾਬ ਦਾ ਮਾਹੌਲ ਬਦਲ ਗਿਆ, ਇੱਥੇ ਤੁਸੀਂ ਇਨਵੈਸਟਮੈਂਟ ਕਰੋ। ਤਾਂ ਉਹ ਇੱਕ ਚੰਗਾ ਇਨਵਾਇਰਨਮੈਂਟ ਬਿਲਡ ਕਰਕੇ 5-7 ਸਾਲਾਂ ਵਿੱਚ ਹੀ ਪੰਜਾਬ ਨੂੰ ਇੱਕ ਬਹੁਤ ਸ਼ਕਤੀਸ਼ਾਲੀ, ਆਰਥਿਕ ਸ਼ਕਤੀਸ਼ਾਲੀ ਸੂਬਾ ਬਣਾ ਕੇ ਪੇਸ਼ ਕਰਾਂਗੇ। ਤਾਂ ਸਾਡਾ ਜਿਹੜਾ ਇਹ ਡੈਟ ਹੈ, ਜੇ ਅਸੀਂ 7 ਸਾਲ ਲਈ ਸਥਗਿਤ ਕਰ ਦਾਂਗੇ ਤੇ ਇਹ 20% ਸਾਡੀ ਸਟੇਟ ਇਨਕਮ ਦਾ ਰਹਿ ਜਾਊਗਾ। ਕਿਉਂਕਿ 7 ਸਾਲਾਂ ਵਿੱਚ ਜਦੋਂ ਰੇਟ ਆਫ ਇਨਫਲੇਸ਼ਨ ਕਾਊਂਟ ਕਰੀਏ, ਜੇ ਅਸੀਂ 5% ਵੀ ਰੇਟ ਆਫ ਇਨਫਲੇਸ਼ਨ ਲਾਈ, ਐਵਰੇਜ ਆਮ ਤੌਰ 'ਤੇ ਰਹਿੰਦਾ ਹੈਗਾ, ਜਦ ਕਿ ਜ਼ਿਆਦਾ ਕਈ ਵਾਰ ਡਬਲ ਡਿਜਿਟ ਵੀ ਚਲਾ ਜਾਂਦਾ, ਤਾਂ 7 ਸਾਲਾਂ 'ਚ 35% ਤਾਂ ਵੈਸੇ ਇਹਦੀ ਵੈਲਿਊ ਜਿਹੜੀ ਹੈ ਉਹ ਖਤਮ ਹੋ ਜਾਏਗੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਡੈਟ ਨੂੰ ਅਸੀਂ ਇੱਕ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਾਂ। ਇਹ 2 ਗੱਲਾਂ ਜਿਹੜੀਆਂ ਨੇ ਅਸੀਂ ਸੈਂਟਰਲ ਗਵਰਨਮੈਂਟ ਨੂੰ ਜਿਹੜੀ ਹੈ ਰੀਜ਼ਨ ਦੇ ਕੇ ਅੱਗੇ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਪੋਲੀਟੀਕਲ ਸੌੜੇ ਹਿੱਤਾਂ ਤੋਂ ਉੱਪਰ ਉੱਠ ਕੇ ਤੇ ਪੰਜਾਬ ਜਿਹੜਾ ਸੂਬਾ ਹੈ ਇਹਦੀ ਤਰੱਕੀ ਦੇਸ਼ ਤੇ ਇੰਟਰਨੈਸ਼ਨਲ ਦੋਨਾਂ ਦੇ ਹੱਕ 'ਚ ਹੈ, ਤੇ ਇਹਦੀ ਤਰੱਕੀ ਵੱਲ ਜਿਹੜਾ ਸਾਨੂੰ ਖਾਸ ਧਿਆਨ ਦੇਣਾ ਚਾਹੀਦਾ, ਤਾਂ ਕਿ ਪੰਜਾਬ ਨੂੰ ਅਸੀਂ ਕਰਜ਼ੇ 'ਚੋਂ ਵੀ ਕੱਢ ਲਈਏ ਤੇ ਇਹਦੇ ਡਿਵੈਲਪਮੈਂਟ ਦੇ ਜਿਹੜੇ ਅੱਗੇ ਇੰਡੀਕੇਟਰਸ ਨੇ ਉਹਨਾਂ ਨੂੰ ਵੀ ਅਸੀਂ ਠੀਕ ਕਰ ਸਕੀਏ, ਤੇ ਪੰਜਾਬ ਜਿਹੜਾ ਬਹੁਤ ਸਾਰੀਆਂ ਸਮੱਸਿਆਵਾਂ 'ਚ ਘਿਰਿਆ ਉਹ ਆਪਣੀਆਂ ਸਮੱਸਿਆ ਆਪ ਸਾਲਵ ਕਰਨ ਹੋਣ ਦੇ ਯੋਗ ਹੋ ਸਕਣ ਦੀ ਸੰਭਾਵਨਾ ਬਹੁਤ ਜ਼ਿਆਦਾ ਪੈਦਾ ਹੁੰਦੀ ਹੈ। ਮੈਂ ਵਿਸ਼ਵਾਸ ਨਾਲ ਕਹਿੰਦਾ ਕਿ ਜੇ ਜੋ ਅਸੀਂ ਗੱਲਾਂ 2 ਲਿਖੀਆਂ ਨੇ, ਜੇ ਸੈਂਟਰਲ ਗਵਰਨਮੈਂਟ ਕਰ ਲਵੇ, ਪੰਜਾਬ ਗਵਰਨਮੈਂਟ ਜਿਹੜੀ ਹੈ ਉਹ ਇਸ ਗੱਲ ਦੇ ਉੱਤੇ ਸੁਹਿਰਦ ਹੋਵੇ, ਤੇ ਮੈਨੂੰ ਲੱਗਦਾ ਕਿ ਅਸੀਂ ਅਗਲੇ 5-7 ਸਾਲਾਂ ਦੇ ਵਿੱਚ ਪੰਜਾਬ ਨੂੰ ਮੁੜ ਕੇ ਜਿਹੜਾ ਇੱਕ ਚੰਗਾ ਡਾਇਨਾਮਿਕ ਸੂਬਾ, ਆਰਥਿਕ ਖੁਸ਼ਹਾਲੀ ਵਾਲਾ ਸੂਬਾ, ਔਰ ਜਿਹੜੇ ਸਾਡੇ ਲੋਕਾਂ 'ਚ ਹੋਪਲੈਸਨੈਸ ਬਣੀ ਹੋਈ ਹੈ ਕਿ ਅਸੀਂ ਬਾਹਰ ਚਲੇ ਜਾਣਾ ਤੇ ਉੱਥੇ ਜਾ ਕੇ ਹੀ ਠੀਕ ਹੋ ਸਕਦਾ, ਉਹਨਾਂ ਗੱਲਾਂ ਨੂੰ ਅਸੀਂ ਹੱਲ ਕਰ ਸਕਦੇ ਹਾਂ। ਜੀ ਪ੍ਰੋਫੈਸਰ ਸਾਹਿਬ, ਇਹ ਤਾਂ ਰਿਹਾ ਕਿ ਕੇਂਦਰ ਕੀ ਕਰ ਸਕਦਾ ਹੈ ਪੰਜਾਬ ਦੇ ਲਈ, ਪੰਜਾਬ ਦੇ ਸਿਰ ਤੋਂ ਕਰਜ਼ਾ ਲਾਉਣ ਦੇ ਲਈ। ਤੁਹਾਡੀ ਚਿੱਠੀ ਮੈਂ ਪੜ੍ਹੀ ਸੀ, ਉਹਦੇ ਵਿੱਚ ਜ਼ਿਕਰ ਸੀ ਕਿ ਕਰਜ਼ੇ ਥੱਲੇ ਡੁੱਬ ਚੁੱਕਿਆ ਪੰਜਾਬ ਪੂਰੀ ਤਰ੍ਹਾਂ ਦੇ ਨਾਲ, ਜਿਵੇਂ ਤੁਸੀਂ ਕਹਿ ਰਹੇ ਹੋ। ਲਗਾਤਾਰ ਵਾਰਨਿੰਗ ਜਿਹੜੀ ਹੈ ਉਹ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਜਾਂਦੀ ਆ। ਹੁਣ ਜੇ ਮੈਂ ਗੱਲ ਕੇਂਦਰ ਤੱਕ ਤਾਂ ਮੁੱਕੀ ਗੱਲ, ਜੇ ਹੁਣ ਪੰਜਾਬ ਸਰਕਾਰ ਦੀ ਕਰੀਏ, ਕਿ ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਖਜ਼ਾਨੇ ਨੂੰ ਭਰ ਰਹੇ ਹਾਂ। ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਇੱਥੋਂ ਇੰਨਾ ਪੈਸਾ ਆਉਣਾ ਹੈ, ਰੇਤੇ ਤੋਂ ਇੰਨਾ ਆਉਣਾ, ਜਾਂ ਮਾਈਨਿੰਗ ਮਤਲਬ ਕਿ ਉਹਦੇ ਤੋਂ ਇੰਨਾ ਆਉਣਾ, ਤੇ ਸ਼ਰਾਬ ਤੋਂ ਇੰਨਾ ਆਉਣਾ। ਉਹ ਵੱਖੋ ਵੱਖਰੇ ਅੰਕੜੇ ਇਕੱਠੇ ਕਰਕੇ ਦੱਸ ਰਹੇ ਸੀਗੇ। ਪਰ ਜੇ ਤੁਸੀਂ ਹੁਣ ਤੱਕ ਜੋ ਕੁਝ 7-8 ਮਹੀਨੇ ਚ ਤੁਸੀਂ ਨੋਟਿਸ ਕੀਤਾ ਹੋਵੇ ਕਿ ਪੰਜਾਬ ਸਰਕਾਰ, ਆਪਾਂ ਜੇ ਦੇਖੀਏ ਖਜ਼ਾਨੇ ਪੱਖੋਂ ਕਿੱਥੇ ਕਿੱਥੇ ਜਿਹੜੀ ਆ ਉਹ ਚੋਰ ਮੋਰੀਆਂ ਹਾਲੇ ਵੀ ਜਾਰੀ ਨੇ, ਜਾਂ ਪੰਜਾਬ ਸਰਕਾਰ ਆਪਣੇ ਪੱਧਰ ਤੇ ਖਜ਼ਾਨੇ ਨੂੰ ਭਰਨ ਲਈ ਕੀ ਕਰ ਸਕਦੀ ਆ? ਇਹ ਵੀ ਵੱਡੇ ਸਵਾਲ ਹੁੰਦੇ ਨੇ। ਇਹ ਕਹਿੰਦੇ ਕਿ ਅਸੀਂ ਮਾਲੀਆ ਜਿਹੜਾ ਘਾਟਾ ਸੀਗਾ ਉਹਦੇ ਵਿੱਚੋਂ ਹੁਣ ਵਾਧੇ ਦੇ ਵਿੱਚ ਜਾ ਰਿਹਾ, ਮਾਲੀਆ ਜਿਹੜਾ ਪੰਜਾਬ ਨੂੰ ਰਾਹਤ ਮਿਲ ਰਹੀ ਹੈ। ਪਰ ਜਿਵੇਂ ਜਿਸ ਤਰੀਕੇ ਨਾਲ ਅੰਕੜੇ ਸਾਹਮਣੇ ਆਉਂਦੇ ਨੇ, ਉਹਦੇ ਤੋਂ ਏਦਾਂ ਲੱਗਦਾ ਕਿ ਪੰਜਾਬ, ਜਿਵੇਂ ਵਾਰ-ਵਾਰ ਕਿਹਾ ਜਾਂਦਾ ਹੈ ਕਿ 3 ਲੱਖ ਕਰੋੜ ਦੇ ਕਰੀਬ ਦਾ ਕਰਜ਼ਾ, ਇਹ ਕਿਤੇ ਜਦੋਂ ਨੂੰ ਸਰਕਾਰ ਨੇ 2027 ਤੱਕ ਆਪਣਾ ਸਮਾਂ ਪੂਰਾ ਕਰਨਾ, ਉਦੋਂ ਤੱਕ ਕਿਤੇ 5 ਲੱਖ ਕਰੋੜ ਜਾਂ ਇਦੋਂ ਵੀ ਵੱਧ ਨਾ ਹੋ ਜਾਏ, ਜਿਵੇਂ ਖਰਚੇ ਵੱਧਦੇ ਜਾ ਰਹੇ ਨੇ। ਪਿੱਛੇ ਜੇ ਇੱਕ ਹੋਰ ਚਰਚਾ ਛਿੜੀ ਸੀ ਕਿ ਮੁਲਾਜ਼ਮਾਂ ਨੂੰ ਜਿਹੜੀਆਂ ਪੈਨਸ਼ਨਾਂ ਨੇ ਉਹ ਇੰਨੀਆਂ ਕਿਉਂ ਵਧਾਈਆਂ ਜਾ ਰਹੀਆਂ, ਉਹਦੇ ਉੱਤੇ ਵੀ ਲਗਾਮ ਕੱਸਣੀ ਚਾਹੀਦੀ ਹੈ। ਕਿੱਥੇ ਕਿੱਥੇ ਤੁਸੀਂ ਕੰਟਰੋਲ ਕਰ ਸਕਦੇ ਹੋ? ਥੋੜਾ ਹੁਣ ਪੰਜਾਬ ਦੇ ਉੱਤੇ ਵੀ ਦੱਸਿਓ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਿਵੇਂ ਕਰ ਸਕਦੀ ਹੈ ਇਹਨੂੰ, ਕਰਜ਼ੇ ਨੂੰ ਕੰਟਰੋਲ। ਦੇਖੋ ਜੀ, ਇੱਕ ਗੱਲ ਮੈਂ ਤੁਹਾਨੂੰ ਪੰਜਾਬ ਦੇ ਰੈਵਨਿਊ ਦੇ ਗੱਲ ਕਰਨ ਤੋਂ ਪਹਿਲਾਂ ਮੈਂ 1-2 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਪਹਿਲੀ ਗੱਲ ਤੇ ਇਹ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਇਹ ਦੱਸਿਆ ਕਿ ਸਾਡੇ ਕਨਸਟੀਟਿਊਸ਼ਨ ਦੇ ਮੁਤਾਬਕ ਜੋ ਸਾਨੂੰ ਰਿਸਪੌਂਸਿਬਿਲਿਟੀਜ਼ ਮਿਲੀਆਂ ਹੈਗੀਆਂ ਨੇ, ਤੇ ਜੋ ਸੈਂਟਰਲ ਗਵਰਨਮੈਂਟ ਨੂੰ ਰਿਸਪੌਂਸਿਬਿਲਿਟੀਜ਼ ਮਿਲੀਆਂ ਨੇ, ਉਹਦੇ ਮੁਤਾਬਕ ਸਾਡੇ ਜਿਹੜੇ ਰਿਸੋਰਸਿਸ ਨੇ, ਜੇ ਟੈਕਸ ਲਾਉਣ ਦੀ ਕਪੈਸਿਟੀ ਹੈ ਜਾਂ ਟੈਕਸ ਇਕੱਠਾ ਕਰਨ ਦੀ ਕਪੈਸਿਟੀ ਹੈ, ਉਹਦੇ 'ਚ ਕੀ ਹੈ ਕਿ ਸੈਂਟਰਲ ਗਵਰਨਮੈਂਟ ਨੇ ਸੈਂਟਰਲਾਈਜੇਸ਼ਨ ਇੰਨੀ ਜ਼ਿਆਦਾ ਕਰ ਲਈ ਹੈ।
ਔਰ ਟਰਾਂਸਫਰ ਜਿਹੜੀ ਹੈ ਉਹ ਬਹੁਤ ਘੱਟ ਕਰ ਰਹੇ ਆ ਉਹਦੇ ਮੁਤਾਬਕ। ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਸਟੇਟ ਟੈਕਸਿਸ ਸੀ ਉਹ GST ਕਾਰਨ ਸੈਂਟਰਲ ਗਵਰਨਮੈਂਟ ਨੇ ਆਪਣੇ ਅੰਡਰ ਲੈ ਲਏ ਨੇ। ਤੇ ਉਹਦੇ ਵਿੱਚ ਮੈਨੂੰ ਕਦੀ ਨਹੀਂ ਇਹ ਸਮਝ ਆਈ ਕਿ ਜਦੋਂ ਵੀ ਪੰਜਾਬ ਸਰਕਾਰ ਜਾਂ ਹੋਰ ਸਟੇਟ ਦੀਆਂ ਸਰਕਾਰਾਂ ਨੇ ਹਾਂ ਕੀਤੀ ਹੈ, ਉਹਨਾਂ ਨੇ ਕਿਹਾ ਵੀ ਜੇ ਡੈਫੀਸਿਟ ਹੋਏਗਾ ਕੰਪਨਸੇਸ਼ਨ ਮਿਲ ਜੇਗਾ, ਪਰ ਇਹ ਹਮੇਸ਼ਾ ਜਿਹੜੇ ਦੂਰ ਅੰਦੇਸ਼ੀ ਵਿਜ਼ਨਰੀ ਜਿਨ੍ਹਾਂ ਨੂੰ ਕਹਿੰਦੇ ਆ ਪੋਲੀਟੀਸ਼ੀਅਨ, ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਤੁਹਾਨੂੰ ਆਲ ਟਾਈਮ ਟੂ ਕਮ ਨਹੀਂ ਹੋ ਸਕਦੀਆਂ ਇੱਦਾਂ ਦੀਆਂ ਗੱਲਾਂ। ਤੁਹਾਨੂੰ ਕੁਝ ਲਿਮਿਟਡ ਪੀਰੀਅਡ ਵਾਸਤੇ, ਕੁਝ ਸਮੇਂ ਵਾਸਤੇ ਉਹ ਤੁਹਾਨੂੰ ਕੰਪਨਸੇਸ਼ਨ ਦੇ ਸਕਦੇ ਆ, ਪਰ ਤੁਸੀਂ ਆਪਣੇ ਹੱਥ ਵੱਢ ਕੇ ਤੇ ਜਿਹੜਾ 100% ਟੈਕਸ ਤੁਸੀਂ ਇਕੱਠਾ ਕਰਦੇ ਸੀ ਉਹਦੇ ਚੋਂ 50% ਤੁਸੀਂ ਸੈਂਟਰ ਗਵਰਨਮੈਂਟ ਨੂੰ ਦੇਤਾ ਤੇ 50% ਤੁਸੀਂ ਆਪਣੇ ਕੋਲ ਰੱਖ ਲਿਆ। ਇਹ ਕਿੱਡੀ ਕੁ ਵੱਡੀ ਸਿਆਣਪ ਜਿਹੜੀ ਹੈ ਸਾਡੇ ਪੋਲੀਟੀਸ਼ੀਅਨ ਨੇ ਕੀਤੀ ਹੈ। ਤੇ ਮੈਨੂੰ ਲੱਗਦਾ ਕਿ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਪੰਜਾਬ ਗਵਰਨਮੈਂਟ ਨੇ ਜੇ ਰੈਵਨਿਊ ਵਧਾਉਣਾ ਤੇ ਉਹ ਅੱਜ ਹੀ ਆਪਣੀ ਅਸੈਂਬਲੀ ਕਰੇ ਔਰ ਰੈਜ਼ੋਲੂਸ਼ਨ ਪਾਸ ਕਰੇ ਕਿ ਅਸੀਂ GST ਚੋਂ ਬਾਹਰ ਆ ਰਹੇ ਹਾਂ, ਨਹੀਂ ਤੇ ਸਾਨੂੰ 70 ਤੋਂ 80% GST ਟਰਾਂਸਫਰ ਕੀਤਾ ਜਾਏ, 50% ਨਾਲ ਸਾਡਾ ਨਹੀਂ ਸਰਨਾ। ਤਾਂ ਸਭ ਤੋਂ ਵੱਡਾ ਰੈਵਨਿਊ ਦਾ ਸੋਰਸ ਤਾਂ ਇਹ ਹੈਗਾ ਜਿੱਥੋਂ ਸਾਨੂੰ ਰੈਵਨਿਊ ਜਿਹੜਾ ਜਨਰੇਟ ਪੰਜਾਬ ਸਰਕਾਰ ਕਰ ਸਕਦੀ ਹੈ। ਜਿਸ ਥਾਂ ਤੇ ਹੱਥ ਮਾਰ ਰਹੀ ਹੈ ਪੰਜਾਬ ਸਰਕਾਰ, ਉਹ ਤਾਂ ਸਾਡੇ ਰਿਸੋਰਸਿਸ ਨੇ। ਫਾਰ ਐਗਜ਼ਾਮਪਲ ਤੁਸੀਂ ਆਪਣੇ ਨੈਚੁਰਲ ਰਿਸੋਰਸਿਸ ਵੇਚ ਕੇ ਕਿੰਨੀ ਦੇਰ ਕੰਮ ਚਲਾ ਸਕੋਗੇ? ਰੇਤਾ ਬਜਰੀ ਕਿੰਨੀ ਦੇਰ ਵੇਚ ਕੇ ਕੰਮ ਚਲਾ ਸਕਦੇ ਹੋ? ਦੂਸਰਾ ਗੱਲ ਇਹ ਹੈ ਕਿ ਜਿਹੜਾ ਨਸ਼ੇ ਦੇ ਉੱਤੇ ਮੈਨੂੰ ਲੱਗਦਾ ਕਿ ਸਾਡਾ ਸਮਾਜ ਕੋਈ ਵੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਹੋ ਕਿ ਅਸੀਂ ਬਹੁਤੀ ਸ਼ਰਾਬ ਵੇਚ ਲਾਂਗੇ ਤੇ ਉਹਦੇ ਤੋਂ ਹੀ ਮਤਲਬ ਟੈਕਸ ਕਲੈਕਟ ਕਰਕੇ ਤੇ ਆਪਾਂ ਸਟੇਟ ਨੂੰ ਚਲਾ ਲਾਂਗੇ। ਮੈਨੂੰ ਲੱਗਦਾ ਕਿ ਸਾਡੀ ਨਾਰਮਲੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹ ਰੈਵਨਿਊ ਓਰੀਐਂਟਡ ਕਦੀ ਨਹੀਂ ਹੁੰਦੀ। ਉਹਦਾ ਇਹ ਹੈ ਕਿ ਸੁਸਾਇਟੀ ਨੂੰ ਚੰਗੇ ਨਰੋਏ ਪਾਸੇ ਲੈ ਕੇ ਜਾਣਾ, ਉਹਦੇ ਤੇ ਟੈਕਸਿਸ ਇੰਨੇ ਲਾ ਦਿਓ ਤਾਂ ਕਿ ਉਹ ਲੋਕ ਜਿਹੜੇ ਸ਼ਰਾਬ ਨਾ ਖਰੀਦਣ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਇੱਕ ਬੜਾ ਸਾਡਾ ਜਿਹੜਾ ਸਮਾਜ ਦਾ ਨਰੋਆ ਅੰਗ ਹੈ ਕਿ ਲੋਕ ਸਾਫ਼ ਸੁਥਰੇ ਰਹਿਣ, ਨਸ਼ਿਆਂ ਤੋਂ ਰਹਿਤ ਰਹਿਣ। ਉਸ ਗੱਲ ਵੱਲ ਸਾਡਾ ਧਿਆਨ ਦਿੰਦਾ ਵੀ ਵੱਧ ਸ਼ਰਾਬ ਵੇਚ ਕੇ ਵੱਧ ਪੈਸੇ ਕਮਾਉਣੇ। ਤੇ ਮੈਨੂੰ ਲੱਗਦਾ ਇਹ ਕੋਈ ਰੈਵਨਿਊ ਜੇ ਆ ਵੀ ਜਾਂਦਾ ਤੇ ਚੰਗੇ ਸੋਰਸਿਸ ਨਹੀਂਗੇ। ਤੋ ਜਿਹੜੇ ਚੰਗੇ ਸੋਰਸਿਸ ਆਫ ਰੈਵਨਿਊ ਆ ਉਹਦੇ ਤੇ ਆਪਾਂ ਹੱਥ ਕੱਟ ਕੇ ਜਿਹੜੇ ਸੈਂਟਰ ਗਵਰਨਮੈਂਟ ਨੂੰ ਦਿੱਤੇ ਨੇ ਉਹਨਾਂ ਦੇ ਉੱਤੇ ਰੀਕਨਸੀਡਰੇਸ਼ਨ ਮੇਰੇ ਹਿਸਾਬ ਨਾਲ ਕਰਨੀ ਚਾਹੀਦੀ ਹੈ। ਮੈਂ ਬਹੁਤ ਸਾਰੇ ਹੋਰ ਸਟੇਟਸ ਦੇ ਜਿਹੜੇ ਐਡਵਾਈਜ਼ਰ ਨੇ ਜਾਂ ਸਟੇਟ ਦੇ ਫਾਈਨਾਂਸ ਮਿਨਿਸਟਰ ਨੇ, ਜਦੋਂ ਵੀ ਕਿਤੇ ਉਹਨਾਂ ਨਾਲ ਗੱਲ ਹੁੰਦੀ ਹੈ ਉਹ ਵੀ ਔਖੇ ਨੇ। ਮੈਨੂੰ ਲੱਗਦਾ ਕਿ ਜੇ ਪੰਜਾਬ ਦਾ ਫਾਈਨਾਂਸ ਮਿਨਿਸਟਰ ਜਾਂ ਪੰਜਾਬ ਦਾ ਚੀਫ ਮਿਨਿਸਟਰ ਬਾਕੀ ਜਿਹੜੀਆਂ ਸਟੇਟਸ ਨੇ, ਲਾਈਕ ਮਾਈਂਡਡ ਸਟੇਟਸ ਨੇ, ਉਹਨਾਂ ਦੇ ਫਾਈਨਾਂਸ ਮਿਨਿਸਟਰ ਨਾਲ ਗੱਲ ਕਰਨ, ਇਕੱਠੇ ਮੀਟਿੰਗਾਂ ਕਰਨ, ਇਕੱਠੇ ਸੈਮੀਨਾਰ ਕਰਨ, ਐਕਸਪਰਟਸ ਨੂੰ ਨਾਲ ਲੈਣ ਤੇ ਇਹਦੇ ਉੱਤੇ ਇੱਕ ਆਮ ਰਾਏ ਬਿਲਡ ਕਰਨ ਕਿ ਸਾਡੇ ਜਿਹੜੇ ਟੈਕਸਿਸ ਸੈਂਟਰ ਗਵਰਨਮੈਂਟ ਨੇ ਲੈ ਲਏ ਨੇ ਉਹ ਸਾਨੂੰ ਵਾਪਸ ਜਿਹੜੇ ਆ ਮਿਲਣੇ ਚਾਹੀਦੇ ਆ। ਜੇ ਅਸੀਂ GST ਚੋਂ ਬਾਹਰ ਨਹੀਂ ਆ ਸਕਦੇ ਤਾਂ GST ਚੋਂ ਕਲੈਕਸ਼ਨ ਜਿਹੜੀ ਆ ਉਹਦਾ 70-80% ਤਾਂ ਸਾਨੂੰ ਮਿਲੇ ਨਾ। ਮੈਂ ਤਾਂ ਕਹਿੰਦਾ 100% ਸਾਨੂੰ ਮਿਲਣਾ ਚਾਹੀਦਾ। ਸੋ ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹਨੂੰ ਅਸੀਂ ਸਾਡੇ ਜਿਹੜੇ ਡਾਇਨਾਮਿਕ ਰਿਸੋਰਸਿਸ ਨੇ, ਇਨਕਮ ਟੈਕਸ ਹੋਇਆ ਉਹ ਸਾਰੇ, ਉਹ ਸੈਂਟਰਲ ਗਵਰਨਮੈਂਟ ਹੀ ਕਿਉਂ ਕਲੈਕਟ ਕਰਦੀ? ਤਾਂ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਫੈਡਰਲਿਜ਼ਮ ਹੈ ਇਹਨੂੰ ਰੀਡਿਫਾਈਨ ਕਰਨ ਦੀ ਲੋੜ ਹੈ ਤਾਂ ਕਿ ਰੈਵਨਿਊ ਜਿਹੜਾ ਹੈ ਉਹ ਸਟੇਟ ਗਵਰਨਮੈਂਟ ਜਿਹੜੀ ਹੈ ਉਹ ਕ੍ਰੀਏਟ ਕਰ ਸਕੇ। ਦੂਸਰੀ ਗੱਲ ਇਹ ਆ ਕਿ ਦੇਖੋ ਜੀ, ਅਸੀਂ ਜਿਹੜੀ ਪੋਲੀਟਿਕਸ ਹੈ ਉਹ ਜਿੱਥੇ ਡਿਵੈਲਪਮੈਂਟ ਤੇ ਸ਼ਿਫਟ ਕਰ ਰਹੇ ਹਾਂ, ਸਿਕਿਉਰਿਟੀ ਜਿਹੜੀ ਹੈ ਸਾਡੀ ਉਹਦੇ ਤੋਂ ਅਸੀਂ ਕੁਛ ਨਾ ਕੁਛ ਆਪਣਾ ਠੀਕ ਕਰਨਾ ਹੈਗਾ। ਮਤਲਬ ਸਿਕਿਉਰਿਟੀ ਓਰੀਐਂਟਡ ਸਟੇਟ ਤੋਂ ਡਿਵੈਲਪਮੈਂਟ ਓਰੀਐਂਟਡ ਸਟੇਟ ਕਰਨੀ ਹੈ ਤਾਂ ਸਾਨੂੰ ਜਿਹੜੇ ਕੁਛ ਖਰਚੇ ਨੇ ਜਿਹਦੇ ਤੇ ਜੇ ਤੁਸੀਂ ਦੇਖੋਗੇ ਕਿ ਸਾਡੇ ਕੋਲ ਬਿਊਰੋਕ੍ਰੇਸੀ ਦੇ ਨੰਬਰ ਆਫ ਆਫੀਸਰਸ ਜਿਹੜੇ ਸੈਂਟਰਲ ਗਵਰਨਮੈਂਟ ਦੇ ਆਫੀਸਰ ਨੇ ਪਰ ਸਟੇਟ 'ਚ ਪੋਸਟਡ ਨੇ, ਜਿਹੜੇ ਸੈਂਟਰਲ ਗਵਰਨਮੈਂਟ ਦੇ ਪੁਲਿਸ ਆਫੀਸਰਸ ਨੇ IPS ਔਰ ਪੰਜਾਬ ਸਟੇਟ 'ਚ ਪੋਸਟਡ ਨੇ, ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਉਹ ਪੈਸਾ ਪੰਜਾਬ ਤੋਂ ਲੈਂਦੇ ਨੇ ਤੇ ਸੈਂਟਰ ਗਵਰਨਮੈਂਟ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇ ਉਹਨਾਂ ਨੂੰ ਜ਼ਿਆਦਾ ਫੋਲੋ ਕਰਦੇ ਨੇ। ਪੰਜਾਬ ਗਵਰਨਮੈਂਟ ਦੀ ਕਈ ਵਾਰ ਉਹ ਮੰਨਦੇ ਵੀ ਨਹੀਂ ਹੈਗੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਇਸ ਕਿਸਮ ਦੀ ਇਰੈਸ਼ਨਲ ਹੈ ਔਰ ਉਦੋਂ ਬਾਅਦ ਉਹਨਾਂ ਨੇ ਕ੍ਰੀਏਟ ਇਸੇ ਮਾਹੌਲ ਕੀਤਾ ਹੋਇਆ ਕਿ ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਕਰਕੇ ਰੱਖ ਰਹੇ ਹਾਂ ਔਰ ਇੰਨੀ ਜ਼ਿਆਦਾ ਪੁਲਿਸਿੰਗ ਹੈ। ਫਾਰ ਐਗਜ਼ਾਮਪਲ ਪਰ 100% ਦੇ ਪਰ 1000% ਦੇ ਪਿੱਛੇ ਕਿਸੇ ਵੀ ਸਟੇਟ ਵਿੱਚ ਇੰਨੀ ਪੁਲਿਸ ਨਹੀਂ ਜਿੰਨੀ ਪੰਜਾਬ 'ਚ ਹੈਗੀ ਹੈ।
ਪਰ ਫਿਰ ਮੈਂ ਦੇਖਿਆ ਕਿ ਅਖਬਾਰਾਂ 'ਚ ਆ ਰਿਹਾ ਹੋਰ ਭਰਤੀ ਕਰਨੀ ਆ ਆਪਾਂ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕੁਛ ਰੈਸ਼ਨਲ ਵੇ ਆਫ ਐਕਸਪੈਂਡੀਚਰ ਜਿਹੜੇ ਨੇ ਉਹ ਵੀ ਸਾਨੂੰ ਦੇਖਣਾ ਪਏਗਾ, ਕਿੱਥੇ ਕਿੱਥੇ ਰੈਸ਼ਨੈਲਿਟੀ ਦੀ ਲੋੜ ਹੈ, ਕਿੱਥੇ ਕਿੱਥੇ ਘਟਾਉਣ ਦੀ ਲੋੜ ਹੈ। ਜਿੱਥੇ ਸਾਨੂੰ ਵਧਾਉਣ ਦੀ ਲੋੜ ਆ ਉੱਥੇ ਅਸੀਂ ਘੱਟ ਕੀਤਾ ਹੋਇਆ। ਫਾਰ ਐਗਜ਼ਾਮਪਲ ਐਜੂਕੇਸ਼ਨ ਵਿੱਚ ਜਾਂ ਤਾਂ ਤੁਹਾਡੀਆਂ ਪੋਸਟਾਂ ਭਰੀਆਂ ਨਹੀਂ ਹੈਗੀਆਂ, ਜੇ ਭਰੀਆਂ ਨੇ ਤਾਂ ਉਹ ਬਿਲਕੁਲ ਹੀ ਥੋੜ੍ਹੀ ਸੈਲਰੀ 'ਤੇ ਨੇ, ਉਹ ਅਡਹਾਕ ਨੇ, ਜਾਂ ਉਹ ਹੈਗੇ ਨੇ ਪਾਰਟ ਟਾਈਮ ਨੇ, ਜਾਂ ਉਹ ਠੇਕੇਦਾਰੀ ਨੇ। ਤਾਂ ਮੈਨੂੰ ਲੱਗਦਾ ਕਿ ਇਹ ਜਿੱਦਾਂ ਜਿੱਥੇ ਚੰਗੀਆਂ ਸਰਵਿਸਿਜ਼, ਇੱਥੇ ਮੈਡੀਕਲ ਦਾ ਵੀ ਇਹੀ ਹਾਲ ਹੈ। ਤਾਂ ਮੈਡੀਕਲ ਦੀਆਂ ਸਰਵਿਸਿਜ਼, ਐਜੂਕੇਸ਼ਨ ਦੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਬਿਲਕੁਲ ਹੀ ਪਿੱਛੇ ਜਾ ਰਹੀਆਂ ਨੇ। ਸੋ ਇਸੇ ਤਰ੍ਹਾਂ ਹੀ ਸਾਨੂੰ ਜਿਹੜੇ ਹੋਰ ਕਿਸਮ ਦੇ ਪ੍ਰੋਮਿਸਿਸ ਨੇ, ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਿਆ ਕਿ ਪੜ੍ਹੀਆਂ ਲਿਖੀਆਂ ਔਰਤਾਂ ਨੇ, ਉਹਨਾਂ ਨੂੰ ਉਹ ਕਹਿੰਦੀਆਂ ਨੇ ਪੜ੍ਹੋ ਲਿਖੋ, ਡੰਡੇ ਖਾਓ, ਨਹੀਂ ਡੰਡੇ ਖਾਣ ਤੋਂ ਕੈਨੇਡਾ ਜਾਓ। ਅਤੇ ਮੈਨੂੰ ਲੱਗਦਾ ਕਿ ਜੇ ਉਹਨਾਂ ਨੂੰ ਅਸੀਂ ਬਜਾਏ 1000-1500 ਰੁਪਈਆ ਜਿਹੜਾ ਦੇਣਾ ਪ੍ਰੋਮਿਸ ਕੀਤਾ ਹੋਇਆ, ਉਹਨਾਂ ਨੂੰ ਨੌਕਰੀ ਦਿਓਗੇ ਅਤੇ ਉਹਨਾਂ ਨੂੰ ਇੱਕ ਪੀਐਨ ਨੂੰ ਵੀ 20-25 ਹਜ਼ਾਰ ਦੀ ਨੌਕਰੀ ਦੇਣੀ ਪੈਂਦੀ ਹੈ ਪਰ ਮਹੀਨੇ ਦੀ, ਪਰ ਮੰਥ ਦੀ। ਅਤੇ ਜੇ ਤੁਸੀਂ 24,000 ਰੁਪਈਆ ਜਾਂ 25,000 ਰੁਪਈਆ ਸਾਲ ਦਾ ਉਹਨਾਂ ਨੂੰ ਦਿੰਦੇ ਹੋ ਤਾਂ ਉਹਦੀ ਇੱਕ ਤਨਖਾਹ ਵੀ ਨਹੀਂ ਬਣਦੀ। ਅਤੇ ਉਹਦਾ ਜਿਹੜਾ ਮੈਨੂੰ ਲੱਗਦਾ ਕਿ ਇੱਥੇ ਜਿਹੜਾ ਸਾਡੇ ਕੋਲ ਈਜ਼ ਆਫ ਇੰਪਲੋਇਮੈਂਟ, ਜਿਹੜਾ ਕਹਿੰਦੇ ਨਾ ਈਜ਼ ਆਫ ਡੂਇੰਗ ਬਿਜ਼ਨਸ, ਤਾਂ ਈਜ਼ ਆਫ ਡੂਇੰਗ ਇੰਪਲੋਇਮੈਂਟ ਜਿਹੜਾ ਨਾ ਇਹ ਬੜਾ ਇੰਪੋਰਟੈਂਟ ਮੁੱਦਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਸੁਧਾਰਨ ਵਾਸਤੇ ਇੱਥੇ ਦੀ ਇੰਪਲੋਇਮੈਂਟ ਵਿੱਚ ਜਿਹੜਾ ਬਾਦਲ ਸਾਹਿਬ ਦੀ ਸਰਕਾਰ ਨੇ ਇੱਕ ਡਿਸੀਜਨ ਕੀਤਾ ਸੀ ਕਿ ਪਹਿਲੇ 3 ਸਾਲ ਅਸੀਂ ਸਰਕਾਰ 'ਚ ਜਿਹੜਾ ਪਰਮਾਨੈਂਟ ਵੀ ਭਰਤੀ ਕਰਨਾ, ਉਹਨੂੰ ਅਸੀਂ ਬੇਸਿਕ ਸੈਲਰੀ ਦੇਣੀ ਹੈ। ਤਾਂ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਜਿਹੜੀਆਂ ਡਿਸੀਜਨ ਨੇ ਉਹਨਾਂ ਨੂੰ ਤਾਂ ਰਿਵਰਸ ਨਹੀਂ ਕੀਤਾ। ਤਾਂ ਮੈਨੂੰ ਲੱਗਦਾ ਕਿ ਸਰਕਾਰ ਨੂੰ ਜਿਹੜਾ ਰੈਸ਼ਨਲ ਅਡਾਪਟ ਕਰਨ ਦੀ ਲੋੜ ਹੈ। ਬਹੁਤ ਸਾਰੀਆਂ ਜਿਹੜੀਆਂ ਸਬਸਿਡੀਜ਼ ਨੇ ਉਹ ਦੇਣੀਆਂ ਪੈਂਦੀਆਂ ਨੇ ਕਈ ਥਾਵਾਂ 'ਤੇ ਜਿਹੜੀਆਂ ਜ਼ਰੂਰੀ ਨੇ। ਫਾਰ ਐਗਜ਼ਾਮਪਲ ਸਮਾਲ ਐਂਡ ਮਾਰਜਨਲ ਫਾਰਮਰ ਨੂੰ ਤੁਹਾਨੂੰ ਬਿਜਲੀ ਫਰੀ ਦੇਣੀ ਚਾਹੀਦੀ ਹੈ, ਪਰ ਤੁਸੀਂ ਇਹ ਨਹੀਂ ਕਿ ਮਤਲਬ ਤੁਸੀਂ ਬਿਗ ਫਾਰਮਰ ਨੂੰ ਵੀ ਬਿਜਲੀ ਫਰੀ ਦਿੰਦੇ ਹੋ ਕਿ ਮਨਪ੍ਰੀਤ ਬਾਦਲ ਸਾਹਿਬ ਜਿਨ੍ਹਾਂ ਨੇ ਐਡੇ ਐਡੇ ਵੱਡੇ ਸ਼ਹਿਨਸ਼ਾਹ ਨੇ, ਉਹਨਾਂ ਨੂੰ ਵੀ ਤੁਸੀਂ ਜਿਹੜੀ ਬਿਜਲੀ ਫਰੀ ਦੇ ਰਹੇ ਹੋ, ਇਹਦੀਆਂ ਰੈਸ਼ਨਲ ਨਹੀਂ ਕੋਈ ਬਣਦੀਆਂ। ਇਸੇ ਤਰ੍ਹਾਂ ਹੀ ਹੁਣ ਜਿਹੜੀ ਬਿਜਲੀ ਫਰੀ ਕੀਤੀ ਹੈ ਉਹਦੇ 'ਤੇ ਵੀ ਬਹੁਤ ਸਾਰੇ ਮੇਰੇ ਵਰਗੇ ਜਿਹੜੇ ਲੋਕ ਨੇ ਉਹ ਵੀ ਬਿਜਲੀ ਫਰੀ ਲੈ ਰਹੇ। ਮੈਂ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਨੇ ਕਿ ਯਾਰ ਮੇਰੀ ਕਿਉਂ ਬਿਜਲੀ ਫਰੀ ਹੋ ਗਈ। ਤਾਂ ਮੈਨੂੰ ਲੱਗਦਾ ਕਿ ਫਾਰ ਐਗਜ਼ਾਮਪਲ ਜਿਹੜਾ ਬੰਦਾ ਕੋਈ ਚੰਗੀ ਨੌਕਰੀ ਕਰ ਰਿਹਾ ਜਾਂ ਚੰਗੀ ਪੈਨਸ਼ਨ ਲੈ ਰਿਹਾ, ਉਹਨੂੰ ਵੀ ਤੁਸੀਂ ਬਿਜਲੀ ਫਰੀ ਕਿਉਂ ਦੇਣੀ ਹੈ? ਇਹ ਮੈਨੂੰ ਨਹੀਂ ਸਮਝ ਆਉਂਦੀ। ਤਾਂ ਮੈਨੂੰ ਲੱਗਦਾ ਕਿ ਹੁਣ 18,000 ਕਰੋੜ ਜਿਹੜਾ ਹੈ ਬਿਜਲੀ 'ਤੇ ਸਬਸਿਡੀ ਜਿਹੜੀ ਆ ਉਹ ਲਗਭਗ ਬਣ ਗਈ ਹੈ, ਔਰ ਇਹ ਵਧਣੀ ਹੈ ਆਉਣ ਵਾਲੇ ਸਮੇਂ 'ਚ। ਅਤੇ ਇਸੇ ਤਰ੍ਹਾਂ ਹੀ ਤੁਸੀਂ ਇੰਡਸਟਰੀਅਲ ਸੈਕਟਰ ਨੂੰ ਵੀ ਜਿਹੜਾ ਇਹਨਾਂ ਤੋਂ ਪਹਿਲੀ ਸਰਕਾਰ ਸੀ ਉਹਨਾਂ ਨੇ ਬਿਜਲੀ ਸਬਸਿਡੀ ਉਹਨਾਂ ਨੂੰ ਵੀ ਕਰਤੀ। ਅਤੇ ਮੈਨੂੰ ਲੱਗਦਾ ਕਿ ਕੋਈ ਸੈਕਸ਼ਨ ਹੁਣ ਐਸਾ ਬਚਿਆ ਨਹੀਂ ਐਕਸੈਪਟ ਫਿਊ ਕਿ ਜਿਨ੍ਹਾਂ ਨੂੰ ਅਸੀਂ ਬਿਜਲੀ ਫਰੀ ਨਹੀਂ ਦਿੰਦੇ। ਅਤੇ ਮੈਨੂੰ ਲੱਗਦਾ ਕਿ ਜਿਹੜਾ ਕੋਈ ਮਾਰਜਨਲਾਈਜ਼ ਸੈਕਸ਼ਨ ਆਫ ਸੁਸਾਇਟੀ ਹੈ ਉਹਨੂੰ ਕੋਈ ਵੀ ਨਹੀਂ ਮਾਈਂਡ ਕਰਦਾ ਕੋਈ ਚੀਜ਼ ਫਰੀ ਦੇਣੀ ਜਾਂ ਉਹਨੂੰ ਸਪੋਰਟ ਕਰਨੀ। ਅਤੇ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਨਾ ਕੁਛ ਚੀਜ਼ਾਂ ਜਿਹੜੀਆਂ ਨੇ ਰੈਸ਼ਨਲ ਜ਼ਰੂਰ ਕਰਨੀ ਚਾਹੀਦੀ ਹੈ। ਸਬਸਿਡੀਜ਼ ਕੁਛ ਲਿਮਿਟਡ ਪੀਰੀਅਡ ਵਾਸਤੇ ਹੁੰਦੀਆਂ ਨੇ ਕਿ ਲੋਕਾਂ ਨੂੰ ਅਸੀਂ ਡਿਵੈਲਪਮੈਂਟ ਦੇ ਪਾਸੇ ਲੈ ਕੇ ਜਾ ਰਹੇ ਹਾਂ, ਔਰ ਉੱਥੇ ਉਹਨਾਂ ਨੂੰ ਅਸੀਂ ਜ਼ਰੂਰ ਇੱਕ ਸਪੋਰਟ ਸਿਸਟਮ ਫਾਰ ਲਿਮਿਟਡ ਪੀਰੀਅਡ ਆਫ ਟਾਈਮ ਦੇਣਾ ਹੁੰਦਾ। ਪਰ ਇਹ ਵੈਸਟਡ ਇੰਟਰਸਟ ਬਹੁਤ ਹਾਵੀ ਹੋ ਜਾਂਦੇ ਨੇ। ਜਦੋਂ ਅਸੀਂ ਇੱਕ ਸਬਸਿਡੀ ਦੇ ਦਿੰਦੇ ਹਾਂ ਉਹ ਸੈਕਸ਼ਨ ਇਕੱਠਾ ਹੋਣ ਲੱਗ ਜਾਂਦਾ, ਉਹ ਮੁੜ ਕੇ ਛੱਡਦਾ ਨਹੀਂ ਭਾਵੇਂ ਉਹ ਰਿਚ ਵੀ ਹੋ ਜਾਵੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਬੜੇ ਜਦੋਂ ਵੀ ਕੋਈ ਸਬਸਿਡੀ ਦੇਣੀ ਆ ਸੋਚ ਸਮਝ ਕੇ ਉਹਦਾ ਪੀਰੀਅਡ ਵੀ ਨਿਸ਼ਚਿਤ ਕਰਨਾ ਚਾਹੀਦਾ। ਫਾਰ ਐਗਜ਼ਾਮਪਲ ਕੋਈ ਵੀ ਸਰਕਾਰ ਕਹੇ ਕਿ ਭਾਈ ਅਸੀਂ ਜਿਹੜਾ 5 ਸਾਲ ਆਏ ਹਾਂ ਅਸੀਂ 3 ਸਾਲ ਸਬਸਿਡੀ 3 ਸਾਲਾਂ ਤੋਂ ਬਾਅਦ ਤੁਹਾਨੂੰ ਅਸੀਂ ਉਹਦੇ ਬਰਾਬਰ ਲੈ ਜਾਵਾਂਗੇ ਡਿਵੈਲਪਮੈਂਟ ਕਰਕੇ, ਅਤੇ ਤੁਹਾਨੂੰ ਮੁੜ ਕੇ ਸਬਸਿਡੀ ਦੀ ਲੋੜ ਨਹੀਂ ਪਏਗੀ। ਤਾਂ ਇਹ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਮੈਨੂੰ ਲੱਗਦਾ ਕਿ ਸਾਨੂੰ ਰੈਵਨਿਊ ਵਧਾਉਣ ਵਾਸਤੇ ਬਹੁਤ ਸਾਰੇ ਸੋਰਸਿਸ ਨੇ, ਪਰ ਜਿਹੜੇ ਸੋਰਸਿਸ ਨੇ ਉਹ ਇਸ ਵੇਲੇ ਸਾਰੇ ਦੇ ਸਾਰੇ ਸੈਂਟਰਲ ਗਵਰਨਮੈਂਟ ਦੇ ਪਾਸ ਨੇ। ਇਸ ਕਰਕੇ ਸਾਨੂੰ ਜਿਹੜਾ ਹੈ ਉਹ ਇੱਥੇ ਅਤੇ ਆਪਾਂ ਜਿਹੜਾ ਕਲੈਕਸ਼ਨ ਰੈਵਨਿਊ ਦਾ ਘੱਟ ਹੁੰਦਾ ਉਹਦੇ ਵਾਸਤੇ ਧਿਆਨ ਦੇਣ ਦੀ ਲੋੜ ਹੈਗੀ ਹੈ ਕਾਫੀ ਜ਼ਿਆਦਾ। ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ, ਪਿੱਛੇ ਜਿਹੜਾ ਕਰਿਆਨਾ ਐਸੋਸੀਏਸ਼ਨ ਹੈ ਉਹਨਾਂ ਨੇ ਇੱਕ ਮੀਟਿੰਗ ਕੀਤੀ। ਉਹ ਪੰਜਾਬ ਲੈਵਲ ਦੀ ਕਰਿਆਨਾ ਐਸੋਸੀਏਸ਼ਨ ਨੇ ਮੀਟਿੰਗ ਕੀਤੀ। ਉਹ 'ਚ ਉਹਨਾਂ ਨੇ ਕਿਹਾ ਵੀ ਸਾਨੂੰ ਹੁਣ ਪੰਜਾਬ ਸਰਕਾਰ ਨੇ ਸਾਡੇ 'ਤੇ ਬਹੁਤ ਜ਼ਿਆਦਾ ਸਕੰਜਾ ਕੱਸਿਆ ਹੋਇਆ, ਉਹ ਢਿੱਲਾ ਕਰ ਦੇਣ। ਅਸੀਂ ਮਤਲਬ ਜਿਹੜਾ ਬੜੇ ਤੰਗ ਹੈਗੇ ਹਾਂ। ਪਰ ਨਵੰਬਰ ਦਾ GST ਸਾਡਾ ਡਿਕਲਾਈਨ ਕਰ ਗਿਆ ਬਿਲਕੁਲ। ਸੋ ਇਸ ਕਰਕੇ ਮਤਲਬ ਜਿਹੜੀ ਸਾਡੀ ਰੈਵਨਿਊ ਕਲੈਕਸ਼ਨ ਹੈ, ਜੇ ਅਸੀਂ ਜਿਹੜੇ ਤਿਉਹਾਰਾਂ ਦੇ ਟਾਈਮ ਦੇ ਉੱਤੇ ਰੈਵਨਿਊ ਕਲੈਕਸ਼ਨ ਵਧਣੀ ਹੁੰਦੀ ਹੈ, ਅਤੇ ਤਿਉਹਾਰਾਂ ਵਾਲੇ ਮਹੀਨੇ 'ਚ ਸਾਡੀ ਰੈਵਨਿਊ ਕਲੈਕਸ਼ਨ ਜਿਹੜੀ ਆ ਉਹ ਜਦੋਂ ਘਟਦੀ ਹੈ ਅਤੇ ਇਹਦੇ 'ਤੇ ਸਰਕਾਰ 'ਤੇ ਵੀ ਨਿਸ਼ਾਨੀਆਂ ਚਿੰਨ੍ਹ ਆਉਂਦੇ ਨੇ, ਔਰ ਇੱਥੋਂ ਦੀ ਜਨਤਾ ਅਤੇ ਜਿਹੜਾ ਬਿਜ਼ਨਸ ਕਮਿਊਨਿਟੀ ਆ ਉੱਤੇ ਵੀ ਨਿਸ਼ਾਨੀਆਂ ਚਿੰਨ੍ਹ ਆਉਂਦੇ ਨੇ।
ਪਰ ਮੈਨੂੰ ਲੱਗਦਾ ਕਿ ਨਾਰਮਲੀ ਜਿਹੜਾ ਜੇ ਪੈਸਾ ਗਵਰਨਮੈਂਟ ਦੇ ਐਕਸਚੇਕਰ ਤੋਂ ਕਿਤੇ ਹੋਰ ਟਰਾਂਸਫਰ ਨਾ ਹੋਵੇ ਤਾਂ ਮੈਨੂੰ ਲੱਗਦਾ ਰੈਵਨਿਊ ਇੱਦਾਂ ਡਿਪ ਨਹੀਂ ਕਰਦੇ, ਰੈਵਨਿਊ ਜਿਹੜਾ ਉਹ ਸਟੈਡੀਲੀ ਵੱਧਦਾ ਹੀ ਵੱਧਦਾ ਰਹਿੰਦਾ। ਤੋ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਜਿਹੜੀਆਂ ਗਵਰਨੈਂਸ ਦੀਆਂ ਪ੍ਰੋਬਲਮਸ ਨੇ ਪੰਜਾਬ 'ਚ, ਉਹਨਾਂ ਨੂੰ ਸਰਕਾਰ ਨੂੰ ਆਪਣਾ ਗ੍ਰਿਪ ਉਹਦੇ 'ਤੇ ਵਧਾਉਣਾ ਚਾਹੀਦਾ ਔਰ ਪਾਲਿਸੀ ਮੇਕਿੰਗ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਸਟਰੋਂਗ ਕਰਕੇ ਉੱਥੇ ਜਿਹੜੇ ਉਹ ਐਕਸਪਰਟ ਲਾਉਣ ਜਿਹੜੇ ਐਕਸਪਰਟ ਉਸ ਮਹਿਕਮੇ ਨੂੰ ਚੰਗੇ ਤਰੀਕੇ ਨਾਲ ਸਮਝਦੇ ਸੋਚਦੇ ਤੇ ਚਲਾ ਸਕਦੇ ਨੇ, ਤੇ ਉਹਨਾਂ ਤੋਂ ਐਡਵਾਈਸ ਲੈ ਕੇ ਜੇ ਇਹ ਪੰਜਾਬ ਨੂੰ ਬਿਲਡ ਕਰਨਾ। ਦੂਸਰੀ ਗੱਲ ਇਹ ਆ ਕਿ ਨਾ ਆਮ ਤੌਰ ਤੇ ਕਿਹਾ ਕਿ ਬਹੁਤ ਸਾਰੀ ਜਿਹੜੀ ਸਰਕਾਰ ਦੀਆਂ ਏਜੰਸੀਜ਼ ਨੇ ਜਾਂ ਪਾਲਿਸੀ ਮੇਕਰਸ ਨੇ ਉਹ ਆਪਣੀ ਆਪਣੀ ਗੱਲ ਜ਼ਿਆਦਾ ਕਰਦੇ ਨੇ ਕਿ ਫਾਰ ਐਗਜ਼ਾਮਪਲ ਐਗਰੀਕਲਚਰ ਵਾਲਾ ਜਿਹੜਾ ਐਗਰੀਕਲਚਰ ਦੀ ਗੱਲ ਕਰੀ ਜਾਏਗਾ ਕਿ ਉਹ ਬੜਾ ਕ੍ਰਾਈਸਿਸ ਆ, ਉਹਨੂੰ ਐਂ ਹੱਲ ਕਰਨਾ, ਇੰਡਸਟਰੀ ਵਾਲਾ ਆਪਣੀ ਗੱਲ ਕਰੀ ਜਾਏਗਾ, ਸਰਵਿਸਿਜ਼ ਸੈਕਟਰ ਵਾਲੇ ਆਪਣੀ ਗੱਲ ਕਰੀ ਜਾਣਗੇ। ਪਰ ਪੰਜਾਬ ਨੂੰ ਜੇ ਡਿਵੈਲਪ ਕਰਨਾ, ਤਿੰਨੇ ਸੈਕਟਰਸ ਦੀ ਇੰਟੈਗ੍ਰੇਸ਼ਨ ਕਰਨੀ ਪੈਣੀ ਹੈ ਔਰ ਤਿੰਨਾਂ ਸੈਕਟਰਸ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਹੱਲ ਕਰਨ ਦੀ ਲੋੜ ਹੈ ਕਿ ਤਾਂ ਕਿ ਉਹ ਆਪਸ ਵਿੱਚ ਕੋਆਰਡੀਨੇਟ ਹੋ ਕੇ ਉਹ ਸਮੂਹਿਕ ਤੌਰ 'ਤੇ ਜਿਹੜਾ ਪੰਜਾਬ ਹੈ ਉਹ ਅੱਗੇ ਵੱਧ ਸਕੇ। ਉਹ ਕਈ ਵਾਰ ਅਸੀਂ ਇੱਕ ਦੀ ਪ੍ਰੋਬਲਮ ਹੱਲ ਕਰਦੇ ਹਾਂ, ਦੂਜੇ ਲਈ 50 ਪ੍ਰੋਬਲਮ ਕ੍ਰੀਏਟ ਕਰ ਲੈਂਦੇ ਹਾਂ। ਤੋ ਇਹ ਸਾਡਾ ਹੋਲਿਸਟਿਕ ਅਪਰੋਚ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਕੰਪਾਰਟਮੈਂਟਲਾਈਜ਼ਡ ਅਪਰੋਚ ਦੀ ਬਜਾਏ ਹੋਲਿਸਟਿਕ ਅਪਰੋਚ ਜੇ ਪੰਜਾਬ ਅਡਾਪਟ ਕਰੇਗਾ, ਪੰਜਾਬ ਸਰਕਾਰ, ਤੇ ਪੰਜਾਬ ਨੂੰ ਅੱਗੇ ਲਿਜਾਣਾ ਕੋਈ ਬਹੁਤ ਵੱਡੀ ਪ੍ਰੋਬਲਮ ਹੈ ਨਹੀਂ। ਰੈਵਨਿਊ ਇੱਥੋਂ ਜਨਰੇਟ ਕਰਨਾ ਤੇ ਸੈਂਟਰਲ ਗਵਰਨਮੈਂਟ ਤੋਂ ਆਪਣਾ ਜਿਹੜਾ ਡਿਊ ਹੈ ਉਹ ਲੈਣਾ ਬਹੁਤ ਜ਼ਰੂਰੀ ਹੈ। ਇਹ ਇਕੱਲੇ ਅਸੀਂ ਕਹੀਏ ਕਿ ਇਕੱਲੇ ਅਸੀਂ ਕਰਜ਼ਾ ਵੀ ਲਾ ਲਾਂਗੇ, ਇਕੱਲੇ ਅਸੀਂ ਮਤਲਬ ਰੈਵਨਿਊ ਜਨਰੇਟ ਕਰਕੇ ਡਿਵੈਲਪਮੈਂਟ ਵੀ ਕਰ ਲਾਂਗੇ, ਇਹ ਗੱਲ ਨਹੀਂ ਹੈਗੀ, ਕਿਉਂਕਿ ਅਸੀਂ ਜਿਹੜਾ ਕਾਂਸਟੀਟਿਊਸ਼ਨ ਦੇ ਮੁਤਾਬਕ ਹੀ ਸਾਨੂੰ ਆਪਰੇਟ ਕਰਨ ਦੀ ਜ਼ਰੂਰਤ ਹੈਗੀ। ਜੀ, ਮੇਰਾ ਆਖਰੀ ਸਵਾਲ ਪ੍ਰੋਫੈਸਰ ਸਾਹਿਬ ਕਿ ਕੇਂਦਰ ਨੂੰ ਇਸ ਗੱਲ ਦਾ ਤਾਂ ਪਤਾ ਹੈ ਕਿ ਪੰਜਾਬ ਭਾਰਤ ਦਾ ਹੀ ਹਿੱਸਾ, ਪਰ ਲੋਕਾਂ ਦੇ ਮਨਾਂ ਵਿੱਚ, ਪੰਜਾਬ ਦੇ ਲੋਕਾਂ ਦੇ ਮਨਾਂ 'ਚ ਇਹ ਗੱਲ ਆਉਂਦੀ ਹੈ ਕਿ ਰਵੱਈਆ ਕਿਉਂ ਪੰਜਾਬ ਪ੍ਰਤੀ ਇਸ ਤਰ੍ਹਾਂ ਦਾ ਕੀਤਾ ਜਾਂਦਾ। ਪੰਜਾਬ ਬਾਰਡਰ ਸਟੇਟ ਆ, ਜੰਮੂ ਕਸ਼ਮੀਰ ਵੀ ਬਾਰਡਰ ਸਟੇਟ ਹੈ ਜਾਂ ਗੁਜਰਾਤ ਵੀ ਬਾਰਡਰ ਸਟੇਟ ਆ, ਤਾਂ ਫਿਰ ਪੰਜਾਬ ਦੇ ਨਾਲ ਇਸ ਕਿਸਮ ਦਾ ਜਿਵੇਂ ਜੰਮੂ ਕਸ਼ਮੀਰ 'ਚ ਜੋ ਕੁਝ ਚੱਲਦਾ ਹੈ ਉਹੋ ਜਿਹਾ ਕੁਝ ਪੰਜਾਬ ਦੇ ਵਿੱਚ ਵੀ ਲੱਗਦਾ ਹੈ ਕਿ ਕੁਝ ਸਲੀਕਾ ਜਿਹੜਾ ਪੰਜਾਬ ਪ੍ਰਤੀ ਕੇਂਦਰ ਦਾ ਰਵੱਈਆ ਜਿਹੜਾ ਉਹ ਸਹੀ ਨਹੀਂ। ਦੂਜੇ ਬੰਨੇ ਗੱਲ ਇਹ ਵੀ ਹੁੰਦੀ ਆ ਕਿ ਗੁਜਰਾਤ ਦੇ ਜ਼ਰੀਏ ਜਿਹੜਾ ਉੱਥੋਂ ਬਾਰਡਰ ਦੇ ਜ਼ਰੀਏ ਪਾਕਿਸਤਾਨ ਨਾਲ ਵਪਾਰ ਚੱਲ ਸਕਦਾ, ਪੰਜਾਬ 'ਚੋਂ ਕਿਉਂ ਨਹੀਂ ਚੱਲ ਸਕਦਾ। ਇਹ ਮੰਗ ਕਈ ਵਾਰ ਉੱਠੀ ਆ ਕਿ ਜੇ ਪੰਜਾਬ ਜ਼ਰੀਏ ਪਾਕਿਸਤਾਨ ਨਾਲ ਵਪਾਰ ਉਸ ਤਰੀਕੇ ਨਾਲ ਖੁੱਲ ਜਾਂਦਾ ਤਾਂ ਉਹ ਪੰਜਾਬ ਦੇ ਵਪਾਰੀਆਂ ਦੇ ਲਈ ਤੇ ਪੰਜਾਬ ਦੇ ਖਜ਼ਾਨੇ ਦੇ ਲਈ ਵਾਕਈ ਇੱਕ ਵਰਦਾਨ ਸਾਬਤ ਹੋਏਗਾ, ਜਾਂ ਫਿਰ ਇਹ ਵੀ ਕੋਈ ਇਸ ਤਰੀਕੇ ਨਾਲ ਇੱਕ ਸਿਆਸੀ ਚਰਚਾ ਹੀ ਆ ਕਿ ਉੱਥੋਂ ਜਿਹੜੇ ਪੰਜਾਬ ਦੇ ਵਪਾਰੀ ਇੱਧਰੋਂ ਉੱਧਰ ਆਪਣਾ ਮਾਲ ਭੇਜਣਗੇ, ਕੋਈ ਪੰਜਾਬ ਦੇ ਵਪਾਰੀਆਂ ਨੂੰ ਵੀ ਫਾਇਦਾ ਹੋਣਾ ਜਾਂ ਲੋਕਾਂ ਦਾ ਵੀ ਫਾਇਦਾ ਹੋਏਗਾ ਜਾਂ ਪੰਜਾਬ ਖੁਸ਼ਹਾਲ ਹੋ ਜਾਏਗਾ। ਮੇਰਾ ਆਖਰੀ ਸਵਾਲ। ਇਹ ਤੁਸੀਂ ਬਹੁਤ ਅੱਛਾ ਸਵਾਲ ਜਿਹੜਾ ਹੈ ਉਹ ਕੀਤਾ ਹੈਗਾ। ਜੇ ਪੰਜਾਬ ਦਾ ਪਾਕਿਸਤਾਨ ਵਾਲਾ ਬਾਰਡਰ ਜਿਹੜਾ ਹੈ ਉਹਦੇ 'ਚੋਂ ਵਪਾਰ ਜਿਹੜਾ ਖੁੱਲ੍ਹੇ ਤੌਰ 'ਤੇ ਹੁੰਦਾ ਤਾਂ ਪੰਜਾਬ ਇਕੱਲੇ ਨੂੰ ਨਹੀਂ, ਹਿਮਾਚਲ ਪ੍ਰਦੇਸ਼ ਨੂੰ, ਜੰਮੂ ਕਸ਼ਮੀਰ ਨੂੰ, ਹਰਿਆਣਾ ਨੂੰ, ਰਾਜਸਥਾਨ ਨੂੰ ਤੇ ਉੱਤਰ ਪ੍ਰਦੇਸ਼ ਨੂੰ ਖਾਸ ਤੌਰ 'ਤੇ ਬੈਨੀਫਿਟ ਹੋਏਗਾ, ਕਿਉਂਕਿ ਇਸ ਖਿੱਤੇ ਵਿੱਚ ਬਹੁਤ ਸਾਰੀ ਜਿਹੜੀ ਇਨਵੈਸਟਮੈਂਟ ਹੁਣ ਨਹੀਂ ਹੋ ਰਹੀ ਉਹ ਹੋਏਗੀ, ਕਿਉਂਕਿ ਜਿਹੜਾ ਗਲਫ ਨੂੰ ਇਹਦੇ ਨਾਲ ਪਾਕਿਸਤਾਨ ਨਾਲ ਟ੍ਰੇਡ ਖੁੱਲ੍ਹਣ ਦਾ ਮਤਲਬ ਸਿਰਫ ਪਾਕਿਸਤਾਨ ਨੂੰ ਨਹੀਂ, ਅੱਗੇ ਅਫਗਾਨਿਸਤਾਨ, ਇਰਾਨ ਨੂੰ ਜਾ ਕੇ ਇਹ ਜਿਹੜਾ ਵਪਾਰ ਹੁੰਦਾ ਔਰ ਦੁਨੀਆ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਨੇ ਰੋਡ ਦੇ। ਤੋ ਮਤਲਬ ਜਿਹੜਾ ਸਰਫੇਸ ਟੂ ਸਰਫੇਸ ਟ੍ਰੇਡ ਹੈ, ਇਹਦੇ ਨਾਲ ਪੰਜਾਬ ਦਾ ਸਿਰਫ ਟ੍ਰੇਡ ਨਾਲ ਹੀ ਫਾਇਦਾ ਨਹੀਂ, ਇਹਦੇ ਨਾਲ ਪੰਜਾਬ ਵਿੱਚ ਬਹੁਤ ਵੱਡੀ ਇਨਵੈਸਟਮੈਂਟ, ਹਰਿਆਣੇ ਵਿੱਚ ਵੱਡੀ ਇਨਵੈਸਟਮੈਂਟ, ਇਹ ਜਿਹੜਾ ਸਾਰਾ ਨਾਰਦਰਨ ਇੰਡੀਆ ਹੈ ਇਹ ਸਾਰੇ ਨੂੰ ਬਹੁਤ ਐਡਵਾਂਟੇਜ ਹੈ। ਤੋ ਇਸ ਕਰਕੇ ਕਈ ਵਾਰ ਆਪਾਂ ਕਹਿੰਦੇ ਹਾਂ ਵੀ ਇਕੱਲੇ ਪੰਜਾਬ ਨੂੰ ਇਹਦਾ ਬੈਨੀਫਿਟ ਨਹੀਂ ਹੋਣਾ, ਸਾਰੇ ਨਾਰਦਰਨ ਰੀਜਨ ਨੂੰ ਬਹੁਤ ਵੱਡਾ ਬੈਨੀਫਿਟ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀਆਂ ਨਾਰਥ ਰੀਜਨ ਦੀਆਂ ਸਰਕਾਰਾਂ ਨੇ ਤੇ ਚੀਫ ਮਿਨਿਸਟਰ ਨੇ ਉਹਨਾਂ ਨੂੰ ਰਲ ਕੇ ਇਹ ਗੱਲ ਜਿਹੜੀ ਹੈ ਇਸ ਮਸਲੇ ਦੇ ਉੱਤੇ ਸੈਂਟਰਲ ਗਵਰਨਮੈਂਟ ਦੇ ਪ੍ਰੈਸ਼ਰ ਰੱਖਣਾ ਚਾਹੀਦਾ ਕਿ ਜਦੋਂ ਨਾਰਮਲ ਰਿਲੇਸ਼ਨਸ਼ਿਪ ਵੀ ਹੋਣ ਉਦੋਂ ਇੱਥੇ ਵਪਾਰ ਨਹੀਂ ਕਰਦੇ ਤੇ ਸਮੁੰਦਰ ਰਾਹੀਂ ਵਪਾਰ ਕਰਦੇ ਆ। ਸੋ ਸਾਨੂੰ ਜਿਹੜਾ ਵਪਾਰ ਹੈ ਉਹ ਜਿਹੜੇ ਲੈਂਡ ਰੂਟ ਨੇ ਉਹ ਖੋਲ੍ਹਣੇ ਚਾਹੀਦੇ ਨੇ। ਔਰ ਅੱਜ ਕੱਲ੍ਹ ਜਿਹੜੀ ਲੜਾਈ ਹੈ, ਵੈਸੇ ਵੀ ਤੁਹਾਨੂੰ ਪਤਾ
ਕਿ ਹੁਣ ਬਾਰਡਰਾਂ ਦੀ ਫੌਜਾਂ ਦੀ ਲੜਾਈ ਜਿਹੜੀ ਉਹ ਸਿੱਧੀ ਸਿੱਧੀ ਨਹੀਂ ਰਹੀ ਹੈਗੀ। ਹੁਣ ਤਾਂ ਡਰੋਨ ਜਿਹੜੇ ਨੇ ਉਹ ਕਰਦੇ ਨੇ, ਜਾਂ ਤੁਹਾਡੀਆਂ ਮਿਜ਼ਾਈਲਾਂ ਨੇ ਜਿਹੜੀਆਂ ਉਹ ਕਰਦੀਆਂ, ਉਹ ਇੰਨੀਆਂ ਡਾਇਰੈਕਟਡ ਨੇ, ਜਿੱਥੇ ਬੈਠਾ ਤੁਸੀਂ ਬੈਠੇ ਹੋ, ਮੈਂ ਬੈਠੇ, ਇੱਥੇ ਮਿਜ਼ਾਈਲ ਵੱਜ ਸਕਦੀ ਹੈ। ਤਾਂ ਮੈਨੂੰ ਲੱਗਦਾ ਹੁਣ ਲੜਾਈ ਬੜੀ ਡਿਫਰੈਂਟ ਹੋ ਗਈ ਹੈ, ਸਾਈਬਰ ਕ੍ਰਾਈਮਸ ਬਹੁਤ ਹੋ ਗਏ ਨੇ, ਤਾਂ ਲੜਾਈ ਜਿਹੜੀ ਇੰਟਰਨੈਟ ਦੀ ਵੀ ਲੜਾਈ ਹੋ ਗਈ ਹੈ। ਤਾਂ ਮੈਨੂੰ ਲੱਗਦਾ ਕਿ ਟ੍ਰੇਡ ਜਿਹੜਾ ਹੈ, ਲੈਂਡ ਰੂਟ, ਹੁਣ ਉਹ ਇੰਨੇ ਡੇਂਜਰਸ ਲੈਂਡ ਰੂਟ ਰਹੇ ਨਹੀਂ ਹੈਗੇ। ਤਾਂ ਮੈਨੂੰ ਲੱਗਦਾ ਕਿ ਸਾਨੂੰ ਜਿਹੜਾ ਲੈਂਡ ਰੂਟ ਖੋਲ੍ਹਣ ਨਾਲ ਪੰਜਾਬ ਨੂੰ ਤਾਂ ਬੈਨੀਫਿਟ ਹੋਏਗਾ, ਪਰ ਪੰਜਾਬ ਦੀਆਂ ਜਿਹੜੀਆਂ ਸਰਾਊਂਡਿੰਗ ਸਟੇਟਸ ਨੇ ਉਹਨਾਂ ਨੂੰ ਵੀ ਬਹੁਤ ਬੈਨੀਫਿਟ ਹੋਣਾ। ਤਾਂ ਇਹ ਸਾਡੇ ਇੰਡੀਆ ਦੇ ਕਾਮਨ ਇੰਟਰਸਟ ਵਿੱਚ ਹੈ ਕਿ ਸਾਡਾ ਜਿਹੜਾ ਬਾਰਡਰ ਹੈ ਉਹ ਖੋਲ੍ਹੇ ਜਾਣ, ਔਰ ਉਹਨਾਂ ਦੇ ਉੱਤੇ ਵਪਾਰ ਜਿਹੜਾ ਰੈਗੂਲਰ ਚੱਲਦਾ ਰਹੇ। ਫਾਰ ਐਗਜ਼ਾਮਪਲ, ਅਸੀਂ ਬੱਸ ਬੰਦ ਕਰਕੇ ਕੀ ਅਚੀਵ ਕਰ ਲਿਆ, ਟ੍ਰੇਨ ਬੰਦ ਕਰਕੇ ਅਸੀਂ ਕੀ ਅਚੀਵ ਕਰ ਲਿਆ। ਅਤੇ ਮੈਨੂੰ ਲੱਗਦਾ ਕਿ ਅਸੀਂ ਇੰਨੀ ਇਨਵੈਸਟਮੈਂਟ ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਕੀਤੀ ਹੈਗੀ ਆ ਟ੍ਰੇਡ ਵਾਸਤੇ, ਅਤੇ ਸਾਨੂੰ ਓਪਨ ਟ੍ਰੇਡ ਜਿਹੜਾ ਕਰਨਾ ਚਾਹੀਦਾ, ਤਾਂ ਕਿ ਉੱਥੋਂ ਦੇ ਲੋਕਾਂ ਨੂੰ ਵੀ ਫਾਇਦਾ ਹੋਵੇ, ਸਾਨੂੰ ਵੀ ਫਾਇਦਾ ਹੋਵੇ। ਕਿਉਂਕਿ ਖਾਸ ਤੌਰ 'ਤੇ ਸਾਨੂੰ ਜੇ ਇਹ ਟ੍ਰੇਡ ਲੈਂਡ ਰੂਟ ਖੁੱਲ੍ਹਦਾ ਤਾਂ ਸਾਨੂੰ ਗੈਸ ਪਾਈਪ ਲਾਈਨ ਵੀ ਬਣ ਸਕਦੀ ਹੈ। ਤਾਂ ਮਤਲਬ ਇਹ ਬਹੁਤ ਵੱਡੇ ਐਡਵਾਂਟੇਜ ਨੇ ਜਿਹੜੇ ਬਹੁਤ ਲੰਬੀ ਦੇਰ ਤੋਂ ਆਰਟੀਫਿਸ਼ਲੀ ਹੀ ਰੋਕ ਰੱਖੇ ਨੇ। ਔਰ ਜਿਹੜੀ ਮੈਨੂੰ ਲੱਗਦਾ ਕਿ ਮੁਸਲਿਮ ਵਰਸਸ ਹਿੰਦੂ ਵਾਲੀ ਗੱਲ ਬਣਾਈ ਜਾ ਰਹੀ ਹੈ, ਇੱਕ ਪਾਸੇ ਭਾਰਤ ਜੋੜੋ ਵਾਲੀ ਗੱਲ ਜਿਹੜੀ ਚੱਲ ਰਹੀ ਹੈ, ਅਤੇ ਮੈਨੂੰ ਲੱਗਦਾ ਕਿ ਸਾਨੂੰ ਜਿਹੜਾ ਹੈ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਇਸ ਖਿੱਤੇ ਨੂੰ, ਨਾਰਥ ਰੀਜਨ ਸਾਰੇ ਨੂੰ ਫਾਇਦਾ ਕਰਨ ਵਾਸਤੇ ਲੈਂਡ ਰੂਟ ਰਾਹੀਂ ਵਪਾਰ ਜਿਹੜਾ ਹੈ ਉਹ ਖੋਲ੍ਹਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਔਰ ਇੱਥੇ ਜਿਹੜੀ ਇਨਸਿਕਿਉਰਿਟੀ ਆਮ ਲੋਕਾਂ ਨੂੰ ਇਸ ਕਰਕੇ ਲੱਗਦੀ ਹੈ ਕਿਉਂਕਿ ਲੈਂਡ ਰੂਟ ਖੁੱਲ੍ਹੇ ਨਹੀਂ ਹੈਗੇ, ਉਹ ਦੂਰ ਹੋ ਜਾਏਗੀ। ਅਤੇ ਜਿਹੜੇ ਸਾਡੀ ਪ੍ਰਾਈਵੇਟ ਇਨਵੈਸਟਮੈਂਟ ਆ ਉਹ ਵੀ ਓਪਨਲੀ ਜਿਹੜੀ ਹੈ ਇਨਵੈਸਟ ਕਰਨ ਦੀ ਕਰੇਗੀ, ਕਿਉਂਕਿ ਉਹਨਾਂ ਨੂੰ ਵੀ ਫਾਇਦਾ ਹੋਏਗਾ ਇਸ ਗੱਲ ਦਾ। ਸੋ ਮੈਨੂੰ ਲੱਗਦਾ ਕਿ ਸਮੁੱਚੇ ਜਿਹੜੇ ਨਾਰਥ ਇੰਡੀਅਨ ਨੇ ਸਾਰਿਆਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਣ ਦੇ ਸੰਭਾਵਨਾ ਹੈਗੀਆਂ ਜੇ ਇਹ ਖੋਲ੍ਹਿਆ ਜਾਏ। ਔਰ ਮੇਰੀ ਗੁਜ਼ਾਰਿਸ਼ ਹੈ ਤੁਹਾਡੇ ਚੈਨਲ ਦੇ ਥਰੂ ਪੰਜਾਬ ਗਵਰਨਮੈਂਟ ਨੂੰ, ਜਿਹੜੀਆਂ ਨਾਰਥ ਇੰਡੀਆ ਦੀਆਂ ਸਟੇਟਸ ਨੇ, ਇਹਨਾਂ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਅਤੇ ਇਹਨਾਂ ਦੇ ਲੋਕ ਨੇ, ਉਹਨਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਮਿਲ ਕੇ ਹੰਬਲਾ ਮਾਰੋ, ਔਰ ਸੈਂਟਰ ਸਰਕਾਰ ਨੂੰ ਜਿੱਦਾਂ ਫਾਰਮਰਸ ਨੇ ਫੋਰਸ ਕੀਤਾ, ਇਸੇ ਤਰ੍ਹਾਂ ਫੋਰਸ ਕਰੋ ਲੈਂਡ ਰੂਟ ਖੋਲ੍ਹਣ ਵਾਸਤੇ। ਅਤੇ ਜੇ ਲੈਂਡ ਰੂਟ ਇਹ ਕੋਆਪਰੇਟ ਕਰਕੇ ਖਿਲਾ ਲੈਂਦੇ ਨੇ ਤਾਂ ਇਹ ਏਰੀਆ ਜਿਹੜਾ ਹੈ ਬਹੁਤ ਤਰੱਕੀ ਕਰੇਗਾ, ਡਿਵੈਲਪ ਹੋਏਗਾ, ਖੁਸ਼ਹਾਲ ਹੋਏਗਾ, ਅਤੇ ਸਾਰੀ ਦੁਨੀਆ ਨੂੰ ਫਾਇਦਾ ਹੋਏਗਾ ਇਹਦਾ। ਜੀ ਬਿਲਕੁਲ, ਮੁੱਕਦੀ ਗੱਲ ਇਹ ਕਹਿ ਸਕਦੇ ਹਾਂ ਕਿ ਜੇ ਵਾਕਈ ਸਰਕਾਰਾਂ ਜਿਹੜੀਆਂ ਨੇ ਉਹ ਲੋਕ ਹਿਤੈਸ਼ੀ ਨੇ, ਤਾਂ ਫੈਡਰਲ ਢਾਂਚੇ ਦੀ ਗੱਲ ਕਰਨੀ ਪੈਣੀ ਹੈ, ਖਾਸ ਕਰ ਪੰਜਾਬ ਨੂੰ ਕਰਨੀ ਪੈਣੀ ਹੈ, ਕਿਉਂਕਿ ਪੰਜਾਬ ਹੀ ਅਗਵਾਈ ਕਰਦਾ ਹੈ ਇਹੋ ਜਿਹੇ ਮਸਲਿਆਂ ਨੂੰ ਲੈ ਕੇ। ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ GST ਦੇ ਮਸਲੇ ਦੇ ਉੱਤੇ ਸਟੈਂਡ ਲੈਣਾ ਪੈਣਾ, ਨਹੀਂ ਤੇ ਫਿਰ ਕੇਂਦਰ ਦੇ ਕੋਲ ਜਿਹੜੇ ਹੱਕ ਪੰਜਾਬ ਦੇ ਪਏ ਨੇ ਜਾਂ ਉਹਨਾਂ ਸੂਬਿਆਂ ਦੇ ਪਏ ਨੇ ਜਿੱਥੇ ਜਿੱਥੇ ਸੰਕਟ ਦੇ ਵਿੱਚ ਸੂਬੇ ਘਿਰੇ ਹੋਏ ਨੇ, ਉਹਨਾਂ ਨੂੰ ਲੈ ਕੇ ਅਗਵਾਈ ਕਿਸੇ ਨੂੰ ਤਾਂ ਕਰਨੀ ਪੈਣੀ ਹੈ। ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਪੰਜਾਬ ਦੇ ਖੁਸ਼ਹਾਲ ਹੋਣ ਦੀ ਗੱਲ ਕਰਦੇ ਨੇ, ਪੰਜਾਬ 'ਚ ਕੋਈ ਵੀ ਸਰਕਾਰ ਬਣੇ, ਭਾਵੇਂ ਵਿਰੋਧੀ ਧਿਰਾਂ ਦੇ ਵਿੱਚ ਜਿਹੜੇ ਬੈਠੇ ਨੇ, ਉਹਨਾਂ ਨੂੰ ਵੀ ਇਸ ਮਸਲੇ ਦੇ ਉੱਤੇ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ ਕਿ ਕੀ ਤੁਸੀਂ ਵਾਕਈ ਪੰਜਾਬ ਦੇ ਨਾਲ ਹੋ। ਜੇ ਪੰਜਾਬ ਦੇ ਨਾਲ ਹੋ ਤਾਂ ਵੱਧ ਅਧਿਕਾਰਾਂ ਦੀ ਗੱਲ ਤੁਹਾਨੂੰ ਖੁੱਲ੍ਹੇਆਮ ਕਰਨੀ ਪੈਣੀ ਆ, ਤੇ ਵੱਧ ਅਧਿਕਾਰਾਂ ਨੂੰ ਲੈ ਕੇ ਮੋਰਚੇ ਵੀ ਲਾਉਣੇ ਪੈਣੇ ਨੇ। ਤੇ ਜਿਹੜੀਆਂ ਕੁਰਬਾਨੀਆਂ ਦੀਆਂ ਤੁਸੀਂ ਗੱਲਾਂ ਕਰਦੇ ਹੋ, ਉਹ ਕੁਰਬਾਨੀਆਂ ਜਿਹੜੀਆਂ ਨੇ ਉਹ ਵੱਧ ਅਧਿਕਾਰਾਂ ਤੇ, ਫੈਡਰਲ ਢਾਂਚੇ ਤੇ, ਕੇਂਦਰ ਨੂੰ ਚੁਣੌਤੀ ਦੇ ਕੇ ਹੀ ਹੋ ਸਕਦੀਆਂ ਨੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ।